महिमा साधु संग की सुनो मेरे मीता। मैल खोई कोट अग हरे निर्मल भय चीता। मैल खोई कोट अग हरे निर्मल भय चीता। कवन वडाई कह सकूं बेअंत गुणीता। कर कृपा मोहे नाम देहो नानक दर सरिता। कर कृपा मोहे नाम देहो नानक दर सरिता। परम सम्मानयोग जुगों जुग अटल शब्द गुरु बाणी के बोहित धन धन ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਪਾਕ ਹਜ਼ੂਰੀ ਵਿੱਚ ਜੁੜ ਬੈਠੇ ਸਤਸੰਗੀ ਜਨੋਂ ਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਸਦਕਾ ਅਸਥਾਨ ਤੇ ਲੜੀਵਾਰ 52 ਅੱਖਰੀ ਬਾਣੀ ਦੀ ਵਿਚਾਰ ਆਰੰਭ ਕੀਤੀ ਹੈ। ਇਸ ਬਾਣੀ ਦੇ ਰਾਹੀਂ ਸਾਨੂੰ ਸਤਿਗੁਰਾਂ ਨੇ ਆਪਣੇ ਕਰਮ ਵੱਲ ਧਿਆਨ ਦੇਣ ਦੀ ਜਿਹੜੀ ਗੱਲ ਹੈ ਉਹ ਬਾਰ-ਬਾਰ ਸਮਝਾਈ ਹੈ। ਅਸੀਂ ਦੇਖਦੇ ਹਾਂ ਕਿ ਮਨੁੱਖੀ ਜਿਹੜਾ ਜਾਮਾ ਸਾਨੂੰ ਪ੍ਰਾਪਤ ਹੋਇਆ ਹੈ, ਇਸ ਵਿੱਚ ਅਸੀਂ ਜਿਤਨਾ ਦੂਜੇ ਦੇ ਕਰਮਾਂ ਵੱਲ ਧਿਆਨ ਦਿੰਦੇ ਹਾਂ ਉਤਨੇ ਹੀ ਅਵੇਸਲੇ ਹਾਂ ਆਪਣੇ ਕਰਮਾਂ ਨੂੰ ਦੇਖਣ ਤੋਂ। ਕਿਉਂਕਿ ਸਾਨੂੰ ਆਪਣਾ ਕੀਤਾ ਹੋਇਆ ਕਰਮ ਦਿਖਾਈ ਨਹੀਂ ਦਿੰਦਾ, ਚੰਗਾ ਜਾਂ ਮਾੜਾ ਕਿਹੜਾ ਕਰਮ ਕਰ ਰਹੇ ਹਾਂ, ਪਰ ਸਾਹਮਣੇ ਵਾਲਾ ਕੀ ਕਰ ਰਿਹਾ ਉਸ ਦੇ ਹਰ ਕਰਮ ਦੀ ਸਾਨੂੰ ਸੋਝੀ ਹੈ, ਸਮਝ ਹੈ। ਸੋ ਪਿਆਰ ਵਾਲਿਓ, ਸਤਿਗੁਰਾਂ ਦੀ ਇਹ ਅੰਮ੍ਰਿਤ ਬਾਣੀ ਸਾਨੂੰ ਸੁਚੇਤ ਕਰ ਰਹੀ ਹੈ ਕਿ ਆਪਾਂ ਨੂੰ ਕਿੱਦਾਂ ਦੇ ਕਰਮ ਕਰਨੇ ਚਾਹੀਦੇ ਹਨ ਅਤੇ ਕਿੱਦਾਂ ਜ਼ਿੰਦਗੀ ਦੇ ਅੰਦਰ ਆਪਣੇ ਆਪ ਨੂੰ ਬਦਲਣਾ ਹੈ ਅਤੇ ਸੱਚ ਦੇ ਮਾਰਗ 'ਤੇ ਆਪਣੇ ਆਪ ਨੂੰ ਤੋਰਨਾ ਹੈ। ਲੜੀਵਾਰ ਵਿਚਾਰ ਰਾਹੀਂ ਹੁਣ ਤੱਕ ਅਸੀਂ ਵੈਸੇ ਤਾਂ 9 ਪੌੜੀਆਂ ਅਤੇ ਉਹਨਾਂ ਦੇ ਨਾਲ ਸਲੋਕ ਜਿਹੜੇ ਦਰਜ ਹਨ ਉਹਨਾਂ ਦੇ ਵਿਚਾਰ ਸਰਵਣ ਕਰ ਚੁੱਕੇ ਹਾਂ। ਪਰ ਕੱਲ੍ਹ ਦੇ ਦੀਵਾਨ ਦੇ ਵਿੱਚ ਕਿਉਂਕਿ ਇਹ ਪ੍ਰੋਗਰਾਮ ਨਾਲ ਦਾਸ ਰਿਕਾਰਡ ਵੀ ਕਰਦਾ ਹੈ ਤਾਂ ਕਿ ਅੱਗੇ ਸੰਗਤਾਂ ਸਰਵਣ ਕਰਕੇ ਲਾਹ ਲੈ ਸਕਣ। ਕੱਲ੍ਹ ਬਹੁਤ ਰੌਲਾ ਸੀ, ਇਸ ਕਰਕੇ ਉਹ ਸਾਰਾ ਹੀ ਰੌਲਾ ਵਿੱਚ ਆ ਗਿਆ। ਉਹ ਕਥਾ ਵਿੱਚ ਕੁਛ ਸੁਣ ਨਹੀਂ ਰਿਹਾ ਕਿ ਆਪਾਂ ਕੀ ਕਥਾ ਕੀਤੀ ਹੈ, ਕੀ ਵਿਚਾਰ ਹੋਈ ਹੈ। ਇਸ ਕਰਕੇ ਇਹ 9ਵੀਂ ਪੌੜੀ ਅਤੇ ਇਸ ਦੇ ਨਾਲ ਜਿਹੜਾ ਸਲੋਕ ਦਰਜ ਹੈ ਇਸ ਨੂੰ ਦੁਬਾਰਾ ਆਪਾਂ ਵਿਚਾਰਾਂਗੇ ਤਾਂ ਕਿ
ਜਿਹੜੀਆਂ ਸੰਗਤਾਂ ਸਰਵਣ ਕਰਦੀਆਂ ਹਨ, ਜਿਹੜੀਆਂ ਸੰਗਤਾਂ ਸੱਚ ਦੇ ਨੇੜੇ ਹੋਣਾ ਚਾਹੁੰਦੀਆਂ ਹਨ, ਉਹ ਹੋ ਸਕਣ ਇਹ ਤਾਂ ਹੀ ਹੋਏਗਾ ਜਦੋਂ ਆਪਾਂ ਗੁਰਮਤਿ ਵਿਚਾਰ ਨੂੰ ਲੋਕਾਂ ਤੱਕ ਪਹੁੰਚਾਵਾਂਗੇ ਅਤੇ ਲੋਕ ਇਸ ਵਿਚਾਰ ਤੋਂ ਜਾਣੂ ਹੋਣਗੇ ਅਤੇ ਇਸ ਵਿਚਾਰ ਨਾਲ ਜੁੜਨਗੇ ਅਤੇ ਜੀਵਨ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਜਿਹੜੀਆਂ ਨੇ ਉਹਨਾਂ ਦਾ ਹੱਲ ਹੋਏਗਾ। ਜੋ ਸਾਡੀ ਜ਼ਿੰਦਗੀ ਦੇ ਆਲੇ ਦੁਆਲੇ ਸਾਨੂੰ ਹਰ ਵੇਲੇ ਚੀਜ਼ਾਂ ਤੰਗ ਕਰਦੀਆਂ ਹਨ, ਗੁਰੂ ਸਾਹਿਬ ਨੇ ਬੜੇ ਪਿਆਰ ਨਾਲ ਸਾਨੂੰ ਉਹਨਾਂ ਚੀਜ਼ਾਂ ਤੋਂ ਸੁਚੇਤ ਵੀ ਕੀਤਾ ਹੈ ਅਤੇ ਉਹਨਾਂ ਤੋਂ ਦੂਰ ਰਹਿਣ ਵਾਸਤੇ ਸਾਨੂੰ ਪ੍ਰੇਰਨਾ ਵੀ ਕੀਤੀ ਹੈ। ਅੱਜ ਦੇ ਵਿਚਾਰ ਨਾਲ ਜੁੜਾਂਗੇ। ਸਲੋਕ ਰਾਚ ਰਹੇ ਬਨਿਤਾ ਬਿਨੋਦ, ਕੁਸਮ ਰੰਗ ਵਿਖਸੋਰ, ਨਾਨਕ ਤੇ ਸਰਨੀ ਪਰੋ, ਵਿਨਸ ਜਾਏ ਮੈਂ ਮੋਰ। ਸੋ ਪਿਆਰ ਨਾਲ ਆਓ, ਸਤਿਗੁਰਾਂ ਦੇ ਪਾਵਨ ਦਰ 'ਤੇ ਤੁਸੀਂ ਨਤਮਸਤਕ ਹੋ ਰਹੇ ਹੋ, ਸੋ ਆਪੋ ਆਪਣੀਆਂ ਹਾਜ਼ਰੀਆਂ ਲਵਾਓ। ਉੱਚੀ ਆਵਾਜ਼ ਵਿੱਚ ਗੁਰਫਤਿਹ ਦੀ ਸਾਨ ਕਰੋ। ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਪਹਿਲਾਂ ਪਾਠ ਕਰਦੇ ਹਾਂ। ਸਲੋਕ ਰਾਚ ਰਹੇ ਬਨਿਤਾ ਬਿਨੋਦ, ਕੁਸਮ ਰੰਗ ਵਿਖਸੋਰ, ਨਾਨਕ ਤੇ ਸਰਨੀ ਪਰੋਂ, ਵਿਨਸ ਜਾਏ ਮੈਂ ਮੋਰ। ਪੌੜੀ ਰੇ ਮਨ ਬਿਨ ਹਰ ਜਹ ਰਚੋ, ਤਹ ਤਹ ਬੰਧਨ ਪਾਹੇ, ਜਿਹ ਵਿਦ ਕਤੂ ਨ ਛੂਟੀਐ, ਸਾਕਤ ਤਿਉ ਕਮਾਹੇ। ਹੋਂ ਕਰਤੇ ਕਰਮ ਰਤ, ਤਾਕੋ ਭਾਰ ਅਫਾਰ, ਪ੍ਰੀਤ ਨਹੀਂ ਜੋ ਨਾਮ ਸਿਉ, ਤਿਉ ਏਉ ਕਰਮ ਵਿਕਾਰ। ਬਾਧੇ ਜਮ ਕੀ ਜੇਵਰੀ, ਮਿੱਠੀ ਮਾਇਆ ਰੰਗ, ਭ੍ਰਮ ਕੇ ਮੋਹੇ ਨਹਿ ਬੁਝੈ, ਸੋ ਪ੍ਰਭ ਸਦਹੂੰ ਸੰਗ। ਲੇਖੈ ਗਣਤ ਨ ਛੂਟੀਐ, ਕਾਚੀ ਭੀਤ ਨ ਸੁਧ, ਜਿਸੈ ਬੁਝਾਏ ਨਾਨਕਾ, ਤੇ ਗੁਰਮੁਖ ਨਿਰਮਲ ਬੁੱਧ। ਜਿਸੈ ਬੁਝਾਏ ਨਾਨਕਾ, ਤੇ ਗੁਰਮੁਖ ਨਿਰਮਲ ਬੁੱਧ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਜੀ ਸਾਡੇ ਮਨੋ ਦਸ਼ਾ ਦੱਸ ਰਹੇ ਹਨ ਕਿ ਅਸੀਂ ਸੰਸਾਰ ਦੇ ਵਿੱਚ ਆ ਕੇ ਕਿੱਦਾਂ ਜ਼ਿੰਦਗੀ ਬਤੀਤ ਕਰ ਰਹੇ ਹਾਂ ਅਤੇ ਸਾਡੀ ਮਨੋ ਦਸ਼ਾ ਕੀ ਹੈ। ਜਦੋਂ ਆਪਾਂ ਮਨੁੱਖ ਨੂੰ ਉੱਪਰੋਂ ਦੇਖਦੇ ਹਾਂ ਅਤੇ ਸਾਰੇ ਮਨੁੱਖ ਹੀ ਚੰਗੇ ਲੱਗਦੇ ਹਨ। ਜਿੱਦਾਂ ਇਹ ਵੀ ਮੇਰੇ ਮਾਲਕ ਨੇ ਇਹ ਸਰੀਰ ਰੂਪੀ ਭਾਂਡੇ ਬਣਾਏ ਨੇ, ਔਰ ਇਹਨਾਂ ਸਾਰਿਆਂ ਨੂੰ ਸਾਨੂੰ ਚੰਗਾ ਹੀ ਸਮਝਣਾ ਚਾਹੀਦਾ ਹੈ, ਕਿਉਂਕਿ ਇਹ ਜਿਹੜਾ ਸਰੀਰ ਬਣਾਇਆ ਉਸ ਅਕਾਲ ਪੁਰਖ ਵਾਹਿਗੁਰੂ ਨੇ ਬਣਾਇਆ ਹੈ। ਇਸ ਕਰਕੇ ਸਾਡੇ ਮਨ ਵਿੱਚ ਕਿਸੇ ਸਰੀਰ ਦੇ ਪ੍ਰਤੀ ਨਫ਼ਰਤ ਨਹੀਂ ਹੋਣੀ ਚਾਹੀਦੀ। ਜਦੋਂ ਵੀ ਸਾਡੇ ਮਨ ਵਿੱਚ ਕੋਈ ਗੱਲ ਹੋਵੇ ਤਾਂ ਕਰਮਾਂ ਦੇ ਪ੍ਰਤੀ ਗੱਲ ਹੋਣੀ ਚਾਹੀਦੀ ਵੀ ਇਸਦੇ ਕਰਮ ਚੰਗੇ ਨਹੀਂ ਹਨ। ਸਰੀਰ ਚੰਗਾ ਹੈ, ਕਰਮ ਚੰਗੇ ਨਹੀਂ ਹਨ। ਔਰ ਸਾਨੂੰ ਬੜੇ ਪਿਆਰ ਨਾਲ ਸਮਝਾਇਆ ਕਿ ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ, ਸਭ ਬੰਦੇ ਏਕ ਨੂਰ ਤੇ
ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਇੱਕੋ ਹੀ ਨੂੜ ਤੋਂ ਸਾਰਾ ਜਗਤ ਪੈਦਾ ਹੋਇਆ ਹੈ। ਇਸ ਕਰਕੇ ਭਲਾ ਕੌਣ ਤੇ ਮੰਦਾ ਕੌਣ। ਪਰ ਜਦੋਂ ਅਸੀਂ ਦੇਖਦੇ ਹਾਂ ਸਾਡੇ ਮਨ ਵਿੱਚ ਇੱਥੋਂ ਇੱਕ ਖਿਆਲ ਫੁਰਦਾ ਹੈ, ਜੋ ਸਾਡੇ ਮੁਤਾਬਿਕ ਹੈ ਉਹ ਸਾਨੂੰ ਚੰਗਾ ਲੱਗਦਾ ਹੈ, ਜਿਹੜਾ ਸਾਡੇ ਮੁਤਾਬਿਕ ਨਹੀਂ ਹੈ ਉਹ ਸਾਨੂੰ ਮੰਦਾ ਲੱਗਦਾ ਹੈ। ਤੁਸੀਂ ਜੀਵਨ 'ਚ ਦੇਖਿਆ ਹੋਵੇਗਾ, ਜਦੋਂ ਤੱਕ ਕੋਈ ਬੰਦਾ ਸਾਡੇ ਮੁਤਾਬਿਕ ਚੱਲ ਰਿਹਾ ਤੇ ਉਹ ਬੜਾ ਚੰਗਾ ਹੈ, ਅਸੀਂ ਬੜੇ ਗੁਣਗਾਨ ਕਰਦੇ ਹਾਂ ਵੀ ਬੜਾ ਗੁਰਮੁਖ ਹੈ, ਬੜੀ ਚੰਗੀ ਹਸਤੀ ਹੈ। ਪਰ ਕਿਤੇ ਸਾਡਾ ਸਰਮਨ ਟੁੱਟ ਜਾਏ, ਕਿਤੇ ਉਸ ਦੇ ਨਾਲ ਵਿਗਾੜ ਪੈ ਜਾਏ ਤੇ ਅਸੀਂ ਫਿਰ ਉਸ ਬੰਦੇ ਦੀ ਬਦਖੂਹੀ ਕਰਨੀ ਸ਼ੁਰੂ ਕਰ ਦਿੰਦੇ ਹਾਂ। ਭਾਵੇਂ ਉਹ ਸਾਡੇ ਮਾਤਾ ਪਿਤਾ ਦੇ ਰੂਪ ਵਿੱਚ ਹੋਣ, ਬੱਚਿਆਂ ਦੇ ਰੂਪ ਵਿੱਚ ਹੋਣ, ਦੋਸਤ ਮਿੱਤਰਾਂ ਦੇ ਰੂਪ ਵਿੱਚ ਹੋਣ, ਸਾਡੇ ਰਿਸ਼ਤੇਦਾਰ ਸਾਗ ਸੰਬੰਧੀਆਂ ਦੇ ਰੂਪ ਵਿੱਚ ਹੋਣ। ਐਸਾ ਸਾਡੇ ਨਾਲ ਕਿਉਂ ਹੁੰਦਾ? ਕੁਝ ਸਮਾਂ ਪਹਿਲਾਂ ਅਸੀਂ ਉਸਨੂੰ ਚੰਗਾ ਕਹਿ ਰਹੇ ਹੁੰਦੇ ਹਾਂ ਵੀ ਇਹ ਬੜਾ ਚੰਗਾ ਹੈ, ਪਰ ਕੁਝ ਸਮਾਂ ਬਾਅਦ ਉਹ ਇਨਸਾਨ ਬੜਾ ਮਾੜਾ ਕਿਵੇਂ ਹੋ ਜਾਂਦਾ? ਕਿਉਂ? ਕਿਉਂਕਿ ਹੁਣ ਸਾਡੀ ਉਸ ਦੇ ਨਾਲ ਵਿਚਾਰ ਨਹੀਂ ਮਿਲ ਰਹੀ। ਪਹਿਲਾਂ ਵਿਚਾਰ ਮਿਲਦੀ ਸੀ, ਚੰਗਾ ਸੀ। ਹੁਣ ਸਾਡੀ ਤੇ ਉਸਦੀ ਵਿਚਾਰ ਦਾ ਟਕਰਾਓ ਹੋ ਗਿਆ। ਮੈਂ ਫਿਰ ਬੇਨਤੀ ਕਰਾਂ, ਸਰੀਰਾਂ ਦਾ ਕੋਈ ਟਕਰਾਓ ਨਹੀਂ, ਵਿਚਾਰਾਂ ਦਾ ਟਕਰਾਓ ਹੈ। ਤੇ ਦੋ ਬੰਦਿਆਂ ਦੀ ਵਿਚਾਰ ਇੱਕ ਹੋਣ ਤੋਂ ਬਾਅਦ ਕੁਝ ਸਮਾਂ ਬਾਅਦ ਫਿਰ ਵਿਚਾਰਾਂ ਦਾ ਟਕਰਾਓ ਕਿਉਂ? ਇਹ ਗੱਲ ਬੜੀ ਸਮਝਣ ਵਾਲੀ ਹੈ। ਵੀ ਪਹਿਲਾਂ ਦੋਵੇਂ ਬੜੇ ਚੰਗੇ ਸਨ, ਹੁਣ ਦੋਨਾਂ ਦੇ ਅੰਦਰ ਇੱਕ ਦੂਜੇ ਦੇ ਪ੍ਰਤੀ ਨਫ਼ਰਤ ਹੋ ਗਈ। ਕਿਉਂ? ਉਸਦਾ ਕਾਰਨ ਹੈ ਸੰਗਤ। ਜਿੱਦਾਂ ਦੀ ਉਹਨੂੰ ਸੰਗਤ ਮਿਲੀ, ਜਿੱਦਾਂ ਦੀ ਉਸਨੂੰ ਵਿਚਾਰਾਂ ਮਿਲੀਆਂ, ਔਰ ਜਿਵੇਂ ਜਿਵੇਂ ਉਸਦੇ ਨਾਲ ਲੋਕ ਜੁੜਦੇ ਚਲੇ ਗਏ ਤੇ ਪਿਛਲੇ ਜਿਹੜੇ ਲੋਕ ਉਹਦੇ ਨਾਲ ਜੁੜੇ ਸਨ ਉਹ ਟੁੱਟਦੇ ਚਲੇ ਗਏ। ਚੰਗੇ ਬੰਦੇ ਨੂੰ ਚੰਗੇ ਲੋਕ ਮਿਲਦੇ ਚਲੇ ਜਾਂਦੇ ਨੇ, ਮਾੜੇ ਬੰਦੇ ਨੂੰ ਮਾੜੇ ਲੋਕ ਮਿਲਦੇ ਚਲੇ ਜਾਂਦੇ ਨੇ। ਇਹ ਕਾਫਲਾ ਕਦੀ ਰੁਕਦਾ ਨਹੀਂ ਹੈ। ਜ਼ਿੰਦਗੀ ਦਾ ਇਹ ਕਾਫਲਾ ਨਾ ਰੁਕਿਆ, ਨਾ ਕਦੀ ਰੁਕਣਾ। ਇਹ ਸਦੀਵ ਕਾਲ ਇਸ ਤਰ੍ਹਾਂ ਹੀ ਚੱਲਦੇ ਰਹਿਣਾ ਹੈ। ਔਰ ਉਸਨੂੰ ਹੀ ਮਹਾਰਾਜ ਨੇ ਬਾਣੀ ਵਿੱਚ ਆਖਿਆ, ਭਾਈ ਕਿ ਤੂੰ ਆਪਣੇ ਜੀਵਨ ਦੇ ਅੰਦਰ ਗੁਰਮਤ ਵਿਚਾਰਧਾਰਾ ਨੂੰ ਦ੍ਰਿੜ ਕਰ, ਗੁਰੂ ਚਰਨਾਂ ਨਾਲ ਜੁੜਨ ਵਾਸਤੇ ਉਦਮਸ਼ੀਲ ਹੋ। ਇੱਕ ਨਹੀਂ, ਤੈਨੂੰ ਅਨੇਕਾਂ ਹੀ ਗੁਰਮੁਖ ਉਸ ਰਸਤੇ ਦੇ ਪਾਂਧੀ ਤੈਨੂੰ ਮਿਲ ਜਾਣਗੇ। ਪਰ ਇਸ ਦੇ ਵਿੱਚ ਵੀ ਕੋਈ ਸ਼ੱਕ ਸ਼ੰਕਾ ਨਹੀਂ ਕਿ ਜਦੋਂ ਆਪਾਂ ਸੰਸਾਰੀ ਮਾਰਗ ਦੇ ਉੱਤੇ ਤੁਰਦੇ ਹਾਂ, ਵਿਕਾਰਾਂ ਦੇ ਮਾਰਗ 'ਤੇ ਤੁਰਦੇ ਹਾਂ, ਤੇ ਅਨੇਕਾਂ ਹੀ ਲੋਕ ਵਿਕਾਰੀ ਸਾਨੂੰ ਮਿਲ ਜਾਂਦੇ ਹਨ। ਇੱਕ ਸਿੱਖ ਹੋਇਆ ਗੁਰੂ ਅਮਰਦਾਸ ਪਿਤਾ ਮਹਾਰਾਜ ਦੇ ਵੇਲੇ, ਉਸ ਸਿੱਖ ਦੇ ਬਚਪਨ ਦੇ ਅੰਦਰ ਹੀ ਮਾਤਾ ਪਿਤਾ ਕਾਲ ਚਲਾਣਾ ਕਰ ਜਾਂਦੇ ਹਨ। ਬੜਾ ਧਨਾਢ ਸੀ, ਬੜਾ ਅਮੀਰ ਸੀ, ਧਨ ਦੀ ਕੋਈ ਘਾਟ ਨਹੀਂ ਸੀ। ਜਦੋਂ ਮਾਤਾ ਪਿਤਾ ਅਕਾਲ ਚਲਾਣਾ ਕਰ ਗਏ, ਜਵਾਨੀ ਦੀ ਉਮਰ, ਜਿਸ ਨੂੰ ਕਿ ਕਿਸ਼ੋਰ ਅਵਸਥਾ ਕਹਿੰਦੇ ਹਾਂ, ਕਿਉਂਕਿ ਉਸ ਵੇਲੇ ਬੱਚਿਆਂ ਦੇ ਜਿਹੜੇ ਹਾਰਮੋਨ ਨੇ ਉਹ ਚੇਂਜ ਹੁੰਦੇ ਨੇ। ਅਤੇ ਕਈ ਵਾਰੀ ਜਿਹੜੇ ਸਾਧਾਰਨ ਮਾਂ ਬਾਪ ਨੇ ਉਹ ਸਮਝਦੇ ਨੇ ਵੀ ਹੁਣ ਬੱਚਾ ਜਿਹੜਾ ਹੈ ਆਪਣੀ ਜ਼ਿੰਮੇਵਾਰੀ ਜੋਗਾ ਹੋ ਗਿਆ, ਇਸ ਕਰਕੇ ਹੁਣ ਸਾਨੂੰ ਕੋਈ ਧਿਆਨ ਰੱਖਣ ਦੀ ਲੋੜ ਨਹੀਂ। ਜਦੋਂ ਗੁਰਮਤਿ ਕਹਿੰਦੀ ਹੈ ਕਿ ਕਿਸ਼ੋਰ ਅਵਸਥਾ ਵਿੱਚ ਹੀ ਬੱਚੇ ਦਾ ਧਿਆਨ ਰੱਖਿਆ ਜਾ ਸਕਦਾ ਹੈ, ਰੱਖਣਾ ਚਾਹੀਦਾ ਹੈ, ਕਿਉਂਕਿ ਉਹੀ ਇੱਕ ਉਮਰ ਐਸੀ ਹੈ ਜਿਸ ਉਮਰ ਦੇ ਵਿੱਚ ਉਹ ਸਹੀ ਮੰਜ਼ਿਲ ਵੀ ਹਾਸਲ ਕਰ ਸਕਦਾ ਹੈ ਅਤੇ ਆਪਣੀ ਮੰਜ਼ਿਲ ਤੋਂ ਥਿੜਕ ਵੀ ਸਕਦਾ ਹੈ। ਔਰ ਐਸਾ ਹੀ ਹੁੰਦਾ ਹੈ। ਅਸੀਂ ਸੰਸਾਰ 'ਚ ਰੋਜ਼ ਦੇਖਦੇ ਹਾਂ, ਕਿਉਂਕਿ ਉਸ ਉਮਰ ਦੇ ਵਿੱਚ ਉਹਨੂੰ ਕੁਝ ਸਮਝ ਨਹੀਂ ਆਉਂਦੀ। ਹੁਣ ਇਹ ਬੜੇ ਅਮੀਰ ਮਾਂ ਬਾਪ ਦਾ ਪੁੱਤਰ ਸੀ ਔਰ ਮਾਤਾ ਪਿਤਾ ਅਕਾਲ ਚਲਾਣਾ ਕਰ ਗਏ। ਹੁਣ ਇਹ ਕਿਸ਼ੋਰ ਅਵਸਥਾ ਵਿੱਚ ਸੀ ਅਤੇ ਆਲੇ ਦੁਆਲੇ ਜਿਹੜੇ ਲੋਕ ਸਨ, ਜਿਨ੍ਹਾਂ ਨੇ ਵੇਖਿਆ ਵੀ ਇਹਨੂੰ ਅਜੇ ਸਮਝ ਨਹੀਂ, ਭਾਵੇਂ ਹਾਂ ਜਵਾਨੀ ਹੈ, ਜੋਸ਼ ਤਾਂ ਹੈ, ਪਰ ਉਸ ਵੇਲੇ ਉਸਦੇ ਅੰਦਰ ਤਜਰਬਾ ਨਹੀਂ ਹੁੰਦਾ, ਅਨੁਭਵ ਦੀ ਕਮੀ ਹੁੰਦੀ ਹੈ। ਤੁਸੀਂ ਦੇਖੋਗੇ ਨਾ, ਜਵਾਨ ਉਮਰ ਦੇ ਵਿੱਚ ਬੰਦੇ ਕੋਲ ਕੋਈ ਅਨੁਭਵ ਨਹੀਂ ਹੁੰਦਾ, ਤਜਰਬਾ ਕੋਈ ਨਹੀਂ ਹੁੰਦਾ, ਅਤੇ ਉਸ ਦੇ ਨਾਲ ਮਾੜੇ ਲੋਕ ਜੁੜਨੇ ਸ਼ੁਰੂ ਹੋ ਗਏ। ਉਹਨਾਂ ਨੇ ਸੋਚਿਆ ਵੀ ਇਸ ਨੂੰ ਥੋੜ੍ਹੀ ਪਤਾ ਲੱਗਣਾ, ਕਿਉਂਕਿ ਜਵਾਨੀ ਦੀ ਉਮਰ ਹੈ ਅਤੇ ਇਸ ਦੇ ਕੋਲ ਬੈਠਾਂਗੇ। ਉਹਦੇ ਨਾਲ ਬੈਠਣਾ ਸ਼ੁਰੂ ਕਰ ਦਿੱਤਾ। ਉਸਦੇ ਕੋਲ ਜਿਹੜਾ ਧਨ ਸੀ ਉਹ ਉਹਦੇ ਨਾਲ ਬੈਠ ਕੇ ਵਿਕਾਰਾਂ ਵਿੱਚ, ਨਸ਼ਿਆਂ ਦੇ ਵਿੱਚ, ਹੋਰ ਕੰਮਾਂ ਵਿੱਚ ਸਾਰਾ ਖਰਚ ਕਰ ਦਿੱਤਾ।
ਹੁਣ ਐਸੀ ਹਾਲਤ ਹੋ ਗਈ ਇਸ ਦੀ ਕਿ ਇਸ ਦੇ ਕੋਲ ਖਾਣ ਨੂੰ ਰੋਟੀ ਨਾ ਰਹੀ। ਜਿਹੜੇ ਆਲੇ ਦੁਆਲੇ ਸੰਗੀ ਬਣੇ ਸਨ ਉਹਨਾਂ ਨੇ ਸਾਰਾ ਧਨ ਇਸ ਦਾ ਖਰਚ ਕਰਾ ਦਿੱਤਾ। ਇਸ ਨੂੰ ਮਨ ਵਿੱਚ ਕਦੇ ਖਿਆਲ ਹੀ ਨਹੀਂ ਆਇਆ ਵੀ ਇਸ ਧਨ ਨੂੰ ਮੈਂ ਕਿਵੇਂ ਵਰਤਣਾ, ਕੀ ਕਰਨਾ, ਪਰ ਉਹਨਾਂ ਦੇ ਪਿੱਛੇ ਲੱਗ ਕੇ ਇਸ ਨੇ ਆਪਣਾ ਸਾਰਾ ਧਨ ਬਰਬਾਦ ਕਰ ਦਿੱਤਾ। ਅੱਜ ਜਿੱਥੇ ਬੜੇ ਅਮੀਰ ਘਰ ਦਾ ਇਹ ਲਾਡਲਾ ਸੀ, ਮਾਤਾ ਪਿਤਾ ਦੇ ਜਾਣ ਦੇ ਪਿੱਛੋਂ ਜੋ ਧਨ ਘਰ ਸਭ ਕੁਝ ਇਸ ਨੇ ਵੇਚ ਵੱਟ ਕੇ ਔਰ ਆਪਣੀ ਜ਼ਿੰਦਗੀ ਨੂੰ ਤਬਾਹ ਕਰ ਲਿਆ। ਜ਼ਿੰਦਗੀ ਬਰਬਾਦ ਹੋ ਗਈ। ਹੁਣ ਇਹ ਦੜ ਦੜ ਦੀ ਠੋਕਰਾਂ ਖਾਂਦਾ ਹੈ। ਜਿਹੜੇ ਸਾਥੀ ਸਨ ਉਹ ਸਾਰੇ ਦੌੜ ਗਏ ਨੇ, ਕਿਉਂਕਿ ਸੰਸਾਰ ਦੀ ਇੱਕ ਗੱਲ ਹੈ ਔਰ ਗੁਰੂ ਸਾਹਿਬ ਜੀ ਦੇ ਵਚਨ ਨੇ ਕਿ ਜਿਚਰ ਪੈਨਣ ਖਾਵਣੇ ਤਿਚਰ ਰੱਖਣ ਗੰਢ, ਜਿਸ ਦਿਨ ਕਛੂ ਨਾ ਹੋਵੇ ਤਿਤ ਦਿਨ ਬੋਲਣ ਗੰਧ। ਜਦੋਂ ਤੱਕ ਖਾਣ ਪੀਣ ਵਾਸਤੇ ਸੀ ਤੇ ਸਾਰੇ ਬੜੇ ਵਧੀਆ ਸੀ ਇਸ ਦੇ ਨਾਲ। ਹੁਣ ਜਦੋਂ ਕੁਛ ਨਹੀਂ ਰਿਹਾ ਤੇ ਹੁਣ ਸਾਰੇ ਪਿੱਠ ਕਰ ਗਏ। ਹੁਣ ਕੋਈ ਸਾਥੀ ਨਹੀਂ, ਇਹ ਇਕੱਲਾ ਰਹਿ ਗਿਆ ਵਿਚਾਰਾ। ਭੁੱਖੇ ਭਾਣੇ ਰਹਿੰਦਾ, ਸਰੀਰ ਬਿਮਾਰ ਰਹਿਣ ਲੱਗ ਪਿਆ, ਅਤ ਦਾ ਬਿਮਾਰ ਹੋ ਗਿਆ। ਐਸੇ ਬੰਦੇ ਦੇ ਸਾਹਮਣੇ ਹੁਣ ਦੋ ਹੀ ਚੀਜ਼ਾਂ ਹੁੰਦੀਆਂ ਨੇ, ਜਾਂ ਤਾਂ ਉਹ ਮੰਗ ਕੇ ਗੁਜ਼ਾਰਾ ਕਰੇ, ਢਿੱਡ ਭਰੇ, ਜਾਂ ਆਪਣੇ ਜੀਵਨ ਲੀਲਾ ਨੂੰ ਖੁਦਕੁਸ਼ੀ ਕਰਕੇ ਸਮਾਪਤ ਕਰ ਲਵੇ। ਹੋਰ ਕੋਈ ਤੀਜਾ ਕੋਈ ਰਸਤਾ ਉਹਦੇ ਸਾਹਮਣੇ ਨਹੀਂ ਹੁੰਦਾ। ਖੈਰ ਇਸ ਨੇ ਮੰਗ ਕੇ ਗੁਜ਼ਾਰਾ ਕਰਨਾ ਸ਼ੁਰੂ ਕਰ ਦਿੱਤਾ, ਪਰ ਕੋਈ ਇਹਨੂੰ ਭਿੱਖਿਆ ਵੀ ਨਹੀਂ ਪਾਉਂਦਾ ਸੀ, ਕਿਉਂਕਿ ਇਹਦੇ ਸਰੀਰ ਦੇ ਉੱਤੇ ਰੋਗ ਸੀ। ਇਸ ਨੂੰ ਰੋਗੀ ਜਾਣ ਕੇ ਕੋਈ ਇਹਦੇ ਨੇੜੇ ਨਹੀਂ ਸੀ ਆਉਂਦਾ। ਕਿਤੇ ਇਹ ਘੁੰਮਦਾ ਘੁਮਾਉਂਦਾ ਗੁਰੂ ਅਮਰਦਾਸ ਮਹਾਰਾਜ ਜੀ ਦੀ ਸੰਗਤ ਵਿੱਚ ਆ ਗਿਆ। ਅਤੇ ਗੁਰੂ ਅਮਰਦਾਸ ਮਹਾਰਾਜ ਜੀ ਸੰਗਤ ਵਿੱਚ ਜਦੋਂ ਆਇਆ ਅਤੇ ਇਸ ਦੀ ਹਾਲਤ ਬੜੀ ਨਾਜ਼ੁਕ ਸੀ। ਸਰੀਰ ਅਤ ਦਾ ਬਿਮਾਰ ਸੀ ਅਤੇ ਮਾਨਸਿਕ ਦਸ਼ਾ ਤਾਂ ਸਾਨੂੰ ਪਤਾ ਹੀ ਹੈ ਕਿ ਜਦੋਂ ਵਿਕਾਰਾਂ ਵਿੱਚ ਪੈ ਗਿਆ ਅਤੇ ਅੰਦਰ ਦੀ ਦਸ਼ਾ ਕਿੱਦਾਂ ਦੀ ਸੀ। ਗੁਰੂ ਸਾਹਿਬ ਨੇ ਸਿੱਖਾਂ ਨੂੰ ਕਿਹਾ, ਭਾਈ ਇਸ ਨੂੰ ਚੰਗੀ ਤਰ੍ਹਾਂ ਇਸ਼ਨਾਨ ਪਾਣੀ ਕਰਾਓ, ਇਸ ਦਾ ਇਲਾਜ ਕਰੋ। ਅਤੇ ਨਾਲ ਹੁਕਮ ਕੀਤਾ ਸਤਿਗੁਰ ਨੇ ਕਿ ਨਾਲ ਇਲਾਜ ਜਿੱਥੇ ਕਰਨਾ ਹੈ ਉੱਥੇ ਰੋਜ਼ ਇਹਨੂੰ ਸੰਗਤ ਵਿੱਚ ਵੀ ਲੈ ਕੇ ਆਉਣਾ। ਹੁਣ ਚੰਗੀ ਖੁਰਾਕ ਮਿਲੀ, ਠੀਕ ਹੋ ਗਿਆ। ਇਲਾਜ ਕੀਤਾ ਗਿਆ, ਠੀਕ ਹੋ ਗਿਆ। ਕਿਉਂਕਿ ਐਸੇ ਬੰਦੇ ਜਦੋਂ ਇਲਾਜ ਹੋ ਜਾਂਦਾ ਹੈ, ਚੰਗੀ ਖੁਰਾਕ ਮਿਲਦੀ ਹੈ, ਠੀਕ ਹੋ ਜਾਂਦਾ ਹੈ, ਉਹ ਫਿਰ ਵਿਕਾਰਾਂ ਵੱਲ ਨੂੰ ਤੁਰ ਪੈਂਦੇ ਨੇ। ਇਸ ਕਰਕੇ ਗੁਰੂ ਸਾਹਿਬ ਨੇ ਆਖਿਆ ਉਹਨੂੰ ਹੁਣ ਸੰਗਤ ਵਿੱਚ ਜ਼ਰੂਰ ਲੈ ਕੇ ਆਉਣਾ। ਮਹਾਰਾਜ ਨੂੰ ਪਤਾ ਸੀ ਵੀ ਜੇ ਸਤਸੰਗਤ ਤੋਂ ਵਾਂਝਾ ਰਹਿ ਗਿਆ ਨਾ ਅਤੇ ਇਸ ਨੇ ਕੱਲ੍ਹ ਨੂੰ ਠੀਕ ਹੋ ਕੇ ਫਿਰ ਵਿਕਾਰਾਂ ਦੀ ਸੰਗਤ ਵਿੱਚ ਚਲੇ ਜਾਣਾ। ਇਸ ਕਰਕੇ ਗੁਰੂ ਸਾਹਿਬ ਜੀ ਨੇ ਸਿੱਖਾਂ ਨੂੰ ਕਿਹਾ ਵੀ ਰੋਜ਼ ਸੰਗਤ ਵਿੱਚ ਲੈ ਕੇ ਆਉਣਾ। ਇਹ ਰੋਜ਼ ਸਤਸੰਗਤ ਕਰੇ, ਕਿਉਂਕਿ ਸਤਸੰਗਤ ਜਿਹੜੀ ਹੈ ਨਾ ਉਹ ਸਾਡੇ ਅੰਦਰ ਦੇ ਜੀਵਨ ਨੂੰ ਘੜਦੀ ਹੈ। ਸਤਸੰਗਤ ਸਾਡੀ ਵਿਚਾਰਾਂ ਨੂੰ ਘੜਦੀ ਹੈ, ਸਾਡੀ ਮਾਨਸਿਕਤਾ ਨੂੰ ਘੜਦੀ ਹੈ। ਅਤੇ ਗੁਰੂ ਸਾਹਿਬ ਦੀ ਐਸੀ ਕਿਰਪਾ ਹੋਈ ਕਿ ਉਹ ਨਰੋਇਆ ਵੀ ਹੋ ਗਿਆ। ਸਤਸੰਗਤ ਦੀ ਬਰਕਤ ਦੇ ਨਾਲ ਗੁਰੂ ਕਾ ਪੱਕਾ ਸਿੱਖ ਬਣ ਕੇ ਔਰ ਸਿੱਖੀ ਦਾ ਉਸਨੇ ਹਿਰਬਾਦ ਦੇ ਅੰਦਰ ਪ੍ਰਚਾਰ ਕੀਤਾ। ਗੁਰੂ ਸਾਹਿਬ ਜੀ ਨੇ ਮੱਥੋ ਅਤੇ ਮੁਰਾਰੀ ਦੇ ਨਾਂ 'ਤੇ ਇਸ ਨੂੰ 22 ਮੰਜੀਆਂ ਵਿੱਚੋਂ ਇੱਕ ਮੰਜੀ ਥਾਪ ਕੇ ਔਰ ਪ੍ਰਚਾਰਕ ਥਾਪਿਆ। ਸਤਿਗੁਰ ਨੇ ਕਿਰਪਾ ਕੀਤੀ। ਵਿਆਹ ਵੀ ਸਤਿਗੁਰ ਨੇ ਆਪ ਕੀਤਾ, ਜਿੱਥੇ ਕੋਈ ਵਿਆਹ ਕਰਨ ਵਾਲਾ ਨਹੀਂ ਸੀ, ਕਿਉਂਕਿ ਮਾਤਾ ਪਿਤਾ ਜ਼ਮਾਨੇ ਚਲੇ ਗਏ ਸਨ। ਜਿੱਥੇ ਕਿ ਬਿਲਕੁਲ ਕੰਗਾਲ ਹੋ ਗਿਆ ਸੀ, ਸਤਿਗੁਰ ਨੇ ਤਰਸ ਕੀਤਾ, ਇਸ ਦੀ ਜ਼ਿੰਦਗੀ ਨੂੰ ਬਦਲ ਦਿੱਤਾ। ਪਰ ਇਹ ਸਭ ਕਿਵੇਂ ਹੋਇਆ? ਗੁਰੂ ਸਾਹਿਬ ਦੇ ਸੰਗ ਕਰਨ ਨਾਲ। ਜਿਹੜੀ ਵਿਚਾਰ ਦਾਸ ਨੇ ਕੱਲ੍ਹ ਕੀਤੀ ਸੀ, ਅੱਜ ਫਿਰ ਉਹੀ ਮੈਂ ਵਿਚਾਰ ਕਰ ਰਿਹਾ ਹਾਂ, ਕਿਉਂਕਿ ਕੱਲ੍ਹ ਇਤਨਾ ਰੌਲਾ ਰੱਪਾ ਹੋਣ ਕਰਕੇ ਉਹ ਵਿਚਾਰ ਰਿਕਾਰਡਿੰਗ ਨਹੀਂ ਹੋ ਪਾਈ ਸੀ ਅਤੇ ਬਹੁਤ ਆਵਾਜ਼ ਬਾਹਰ ਦੀ ਆ ਰਹੀ ਸੀ, ਢੋਲ ਟਮਾਕਿਆਂ ਦੀ ਆਵਾਜ਼ ਆ ਰਹੀ ਸੀ ਅਤੇ ਮਨ ਦਾ ਟਿਕਾਓ ਵੀ ਨਹੀਂ ਸੀ ਬਣ ਰਿਹਾ। ਕਿਉਂਕਿ ਤੁਸੀਂ ਜਾਣਦੇ ਹੋ ਕਿ ਜਦੋਂ ਤੱਕ ਮਨ ਪੂਰਨ ਤੌਰ ਤੋਂ ਟਿਕੇ ਨਾ ਅਤੇ ਗੁਰੂ ਕੀ ਗੱਲ ਦਾ ਸਵਾਦ ਨਹੀਂ ਬਣਦਾ, ਆਨੰਦ ਨਹੀਂ ਆਉਂਦਾ। ਔਰ ਮੈਂ ਸਮਝਦਾ ਜਦੋਂ ਦਾਸ ਨੂੰ ਆਨੰਦ ਨਾ ਆਵੇ ਅਤੇ ਸੁਣਨ ਵਾਲੇ ਸਰੋਤਿਆਂ ਨੂੰ ਵੀ ਆਨੰਦ ਨਹੀਂ ਆਉਂਦਾ। ਕੱਲ੍ਹ ਮਨ ਉਖੜਿਆ ਹੋਇਆ ਸੀ। ਅੱਜ ਉਹੀ ਵਿਚਾਰ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਅਸੀਂ ਜਦੋਂ ਸੰਸਾਰ ਦੇ ਵਿੱਚ ਰਹਿੰਦੇ ਹਾਂ ਤਾਂ ਕਈ ਵਾਰੀ ਐਸੀ ਸੰਗਤ ਵਿੱਚ ਪੈ ਜਾਂਦੇ ਹਾਂ ਜਿਨ੍ਹਾਂ ਦੇ ਰੰਗ ਰਸ ਦੇ ਵਿੱਚ ਮਗਨ ਹੋ ਕੇ ਅਸੀਂ ਆਪਣੇ ਜੀਵਨ ਨੂੰ ਇਤਨਾ ਮਾੜਾ ਬਣਾ ਲੈਂਦੇ ਹਾਂ, ਜੈਸੀ ਦਾਸ ਨੇ ਉਦਾਹਰਨ ਉਸ ਸਿੱਖ ਦੀ ਦਿੱਤੀ। ਮਹਾਰਾਜ ਅੱਜ ਸਾਨੂੰ ਕੀ ਸਮਝਾਉਣ ਲੱਗੇ ਕਿ ਵੀ ਤੇਰੀ ਹਾਲਤ ਕੀ ਹੈ? ਸਲੋਕ ਰਾਚ ਰਹੇ ਬੰਤਾ ਵਿਨੋਦ ਕੁਸੰਭ ਰੰਗ ਵਿਖਸ਼ੋਰ।
ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਅਸੀਂ ਜੀਵ ਇਸਤਰੀ ਆਦਿਕ ਦੇ ਰੰਗ ਤਮਾਸ਼ਿਆਂ ਵਿੱਚ ਮਸਤ ਹੋ ਰਹੇ ਹਾਂ, ਜਿਹਨੂੰ ਕਿ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰਦੇ ਹੋਏ ਭੱਟਾ ਨੇ ਆਖਿਆ ਵੀ ਸਾਡੀ ਹਾਲਤ ਕੀ ਹੈ। ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ, ਵਿਖੈ ਵਿਖ ਖਾਹੀ ਮਾਇਆ ਮੋਹ ਭਰਮ ਪੈ ਭੂਲੇ, ਸੁਧ ਦਾਰਾ ਸੋ ਪ੍ਰੀਤ ਲਗਾਈ, ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤੇਹ ਮਿਲੰਤ, ਜਮ ਤਰਾਸ ਮਿਟਾਈ, ਇੱਕ ਅਰਦਾਸ ਭਾਟ ਕੀਰਤ ਕੀ ਗੁਰੂ ਰਾਮਦਾਸ ਰੱਖੋ ਸਰਨਾਈ। ਮੈਂ ਯਤਨ ਕਰਾਂਗਾ ਵਿਚਾਰ ਸਾਰੀ ਨਵੀਂ ਪੇਸ਼ ਕਰਾਂਗਾ, ਜੋ ਕੱਲ੍ਹ ਸੁਣਾਈ ਹੈ ਉਸ ਤੋਂ ਹਟ ਕੇ ਹੀ ਕੋਸ਼ਿਸ਼ ਕਰਾਂਗੇ ਵੀ ਤੁਹਾਨੂੰ ਸਬਜੈਕਟ ਹੋ ਹੀ ਜਾਏਗਾ, ਪਰ ਨਵੀਂ ਫਰਮਾਨ ਨਵੀਆਂ ਗੱਲਾਂ, ਕਿਉਂਕਿ ਮੇਰਾ ਇੱਕ ਵਿਚਾਰ ਹੁੰਦਾ ਕਿ ਜਦੋਂ ਸਟੇਜ 'ਤੇ ਆਈਏ ਤਾਂ ਕੁਛ ਨਵੀਂ ਗੱਲ ਸੰਗਤ ਨਾਲ ਸਾਂਝੀ ਕਰੀ, ਕੋਈ ਐਸੀ ਗੱਲ ਸੰਗਤ ਦੇ ਪੱਲੇ ਪੈ ਜਾਏ ਤਾਂ ਕਿ ਸੰਗਤ ਦਾ ਜੀਵਨ ਸਵਰ ਜਾਏ। ਕਿਉਂਕਿ ਇਹ ਵਿਚਾਰਾਂ ਇਸ ਕਰਕੇ ਨਹੀਂ ਕਿ ਟਾਈਮ ਪਾਸ ਹੈ ਕੋਈ, ਇਸ ਕਰਕੇ ਨਹੀਂ ਵੀ ਇਹ ਗੁਰੂ ਘਰ ਦੀ ਡਿਊਟੀ ਹੈ, ਸਗੋਂ ਇਹ ਵਿਚਾਰਾਂ ਇਸ ਕਰਕੇ ਹਨ ਕਿ ਕਿਸੇ ਢੰਗ ਨਾਲ ਦਾਸ ਦਾ ਜੀਵਨ ਸਵਰ ਜਾਏ ਅਤੇ ਜਿਹੜੇ ਸਤਸੰਗੀ ਜਨ ਜੁੜਦੇ ਹਨ ਉਹਨਾਂ ਦਾ ਜੀਵਨ ਸਵਰ ਜਾਏ। ਉੱਥੇ ਵੀ ਮਹਾਰਾਜ ਜਦੋਂ ਕਹਿੰਦੇ ਨੇ ਕਿ ਅਸੀਂ ਅਵਗੁਣਾਂ ਨਾਲ ਭਰੇ ਹੋਏ ਹਾਂ, ਸਾਡੇ ਵਿੱਚ ਇੱਕ ਵੀ ਗੁਣ ਨਹੀਂ ਹੈ, ਅਤੇ ਸਾਡੀ ਵਿਰਤੀ ਕੀ ਹੈ ਕਿ ਸੁਤ ਦਾਰਾ ਸਿਉ ਪ੍ਰੀਤ ਲਗਾਈ, ਸਾਡਾ ਪਿਆਰ ਸੁਤ ਦਾਰਾ ਇਸਤਰੀ ਉਹਦੇ ਪ੍ਰੇਮ ਦੇ ਵਿੱਚ ਜ਼ਿੰਦਗੀ ਜੀ ਰਹੇ ਹਾਂ, ਉਸ ਵਾਸਤੇ ਅਸੀਂ ਆਪਣਾ ਜੀਵਨ ਬਤੀਤ ਕਰ ਰਹੇ ਹਾਂ। ਔਰ ਇਤਨੇ ਮਗਨ ਹੋ ਗਏ ਹਾਂ ਇਹਨਾਂ ਰੰਗ ਤਮਾਸ਼ਿਆਂ ਵਿੱਚ ਕਿ ਸਾਨੂੰ ਆਪੇ ਦੀ ਹੋਸ਼ ਹੀ ਨਹੀਂ ਰਹੀ ਕਿ ਅਸੀਂ ਕੌਣ ਹਾਂ, ਸਾਡੀ ਮੰਜ਼ਿਲ ਕੀ ਹੈ। ਕਬੀਰ ਸਾਹਿਬ ਨੇ ਵੀ ਸਾਨੂੰ ਸੁਚੇਤ ਕੀਤਾ ਹੈ ਕਿ ਤੂੰ ਸੰਸਾਰ ਵਿੱਚ ਆਇਆ, ਧਿਆਨ ਨਾਲ ਕਰਮ ਕਰੀ, ਕਿਉਂਕਿ ਜੋ ਤੂੰ ਕਰ ਰਿਹਾ ਬਹੁ ਪਰਪੰਚ ਕਰ ਪਰਤਨ ਲਿਆਵੈ, ਸੁਤ ਦਾਰਾ ਪੈ ਆਨ ਲੁਟਾਵੈ, ਮਨ ਮੇਰੇ ਭੂਲੇ ਕਪਟ ਨਾ ਕੀਜੈ, ਅੰਤ ਨਿਵੇੜਾ ਤੇਰੇ ਜੀ ਪੈ ਲੀਜੈ। ਨਿਵੇੜਾ ਤੇਰੀ ਜਿੰਦ ਕੋਲੋਂ ਹੀ ਹੋਣਾ, ਕਿ ਨਿਵੇੜਾ ਜੇ ਤੇਰੇ ਕੋਲੋਂ ਹੋਣਾ ਔਰ ਤੂੰ ਹੀ ਜਾ ਕੇ ਹਿਸਾਬ ਕਿਤਾਬ ਦੇਣਾ, ਅਤੇ ਭਾਈ ਆਪਣੇ ਹਿਸਾਬ ਕਿਤਾਬ ਦਾ ਤੂੰ ਆਪੇ ਖਿਆਲ ਰੱਖ। ਹਰ ਇੱਕ ਬੰਦੇ ਨੇ ਆਪੋ ਆਪਣਾ ਹਿਸਾਬ ਕਿਤਾਬ ਰੱਖਣਾ। ਹਿਸਾਬ ਕਿਤਾਬ ਕੀ ਰੱਖਣਾ? ਹਿਸਾਬ ਕਿਤਾਬ ਇਹ ਰੱਖਣਾ ਕਿ ਸੰਸਾਰ ਦੇ ਵਿੱਚ ਆ ਕੇ ਜਿਤਨਾ ਮੈਂ ਦੂਜਿਆਂ ਦੇ ਕਰਮਾਂ ਵੱਲ ਧਿਆਨ ਰੱਖਦਾ ਹਾਂ, ਮੈਂ ਗੱਲ ਕਹਿ ਦਿਆਂ ਕਿ ਅਸੀਂ ਬਹੁਤ ਖਿਆਲ ਰੱਖਦੇ ਹਾਂ ਫਲਾਣੇ ਦਾ ਪੁੱਤ ਕੀ ਕਰਦਾ ਹੈ, ਧੀ ਕੀ ਕਰਦੀ ਹੈ, ਫਲਾਣੇ ਦੀ ਪਤਨੀ ਕੀ ਕਰਦੀ ਹੈ, ਉਹਦਾ ਪਤੀ ਕੀ ਕਰਦਾ ਹੈ, ਉਹਦੇ ਵੱਡੇ ਕੀ ਕਰਦੇ ਨੇ, ਛੋਟੇ ਕੀ ਕਰਦੇ ਨੇ। ਆਪਣੇ ਆਪੇ ਦੀ ਕਦੀ ਬੰਦਾ ਇਤਨੀ ਸੋਝੀ ਨਹੀਂ ਰੱਖਦਾ ਕਿ ਮੈਂ ਕੀ ਕਰਦਾ। ਤੁਸੀਂ ਦੇਖਿਆ ਹੀ ਹੋਵੇਗਾ ਸੰਸਾਰ 'ਚ ਰਹਿੰਦੇ ਹੋਏ ਗੁਆਂਢੀ ਦਾ ਖਿਆਲ ਜ਼ਿਆਦਾ ਹੈ, ਦੂਜਿਆਂ ਦੇ ਬੱਚਿਆਂ ਦਾ ਜ਼ਿਆਦਾ ਖਿਆਲ ਹੈ ਸਾਨੂੰ। ਉਹ ਕਿੱਥੇ ਉੱਠਦੇ ਨੇ, ਕਿੱਥੇ ਬਹਿੰਦੇ ਨੇ, ਕਿਹਦੇ ਨਾਲ ਖੜੇ ਹੁੰਦੇ ਨੇ, ਅਸੀਂ ਕਿੱਥੇ ਹਾਂ, ਸਾਨੂੰ ਆਪਣੇ ਆਪ ਦੀ ਕੋਈ ਸੋਝੀ ਨਹੀਂ। ਮੇਰੇ ਬਾਪੂ ਜੀ ਕਹਿ ਰਹੇ ਨੇ ਅੱਜ ਕਿ ਰਾਤ ਰਹੇ ਬੰਤਾ ਵਿਨੋਦ ਕੁਸਮ ਰੰਗ ਵਿਕਸੋਰ, ਅਸੀਂ ਜੀਵ ਇਸਤਰੀ ਆਦਿਕ ਦੇ ਰੰਗ ਤਮਾਸ਼ਿਆਂ ਦੇ ਵਿੱਚ ਮਸਤ ਹੋ ਰਹੇ ਹਾਂ, ਪਰ ਇਹ ਮਾਇਆ ਦੀ ਜਿਹੜੀ ਫੂੰ ਫਾਂ ਹੈ, ਕੁਸੰਬੇ ਦੇ ਰੰਗ ਵਾਂਗ ਹੈ, ਉਹ ਖਿਨ ਭੰਗਰ ਹੀ ਹੈ। ਕੁਸਮ ਰੰਗ ਵਿਕਸੋਰ, ਕੁਸਮ ਦਾ ਅਰਥ ਹੁੰਦਾ ਕੁਸੰਬੇ ਦਾ ਫੁੱਲ, ਉਹਦੀ ਜਿਹੜੀ ਪਾਇਆ ਨਹੀਂ, ਉਹਦਾ ਰੰਗ ਰੂਪ ਇੱਕਦਮ ਚਲਾ ਜਾਂਦਾ ਹੈ। ਮਹਾਰਾਜ ਕਹਿੰਦੇ ਉਸ ਕੁਸੰਬੇ ਦੇ ਫੁੱਲ ਵਾਂਗ ਸਾਡੇ ਜੀਵਨ ਦੀ ਹਾਲਤ ਹੈ, ਜਿਵੇਂ ਕਿ ਕੁਸੰਬੇ ਦਾ ਜਿਹੜਾ ਰੰਗ ਹੈ ਨਾ, ਕਹਿੰਦੇ ਨੇ ਉਸ ਵੇਲੇ ਹੀ ਲੱਥ ਜਾਂਦਾ ਹੈ, ਪਰ ਜਿਹੜਾ ਮਜੀਠ ਦਾ ਰੰਗ ਹੈ ਉਹ ਕਦੀ ਲੱਥਦਾ ਨਹੀਂ ਹੈ। ਮਹਾਰਾਜ ਕਹਿੰਦੇ ਸਾਡੀ ਹਾਲਤ ਹੈ ਕਿ ਇਹ ਮਾਇਆ ਦਾ ਜਿਹੜਾ ਰੰਗ ਹੈ ਉਹ ਕੁਸੰਬੇ ਦਾ ਰੰਗ ਹੈ, ਜਿਹੜਾ ਕਿ ਜੀਵਨ ਵਿੱਚੋਂ ਉਸ ਵੇਲੇ ਹੀ ਲੱਥ ਜਾਂਦਾ ਹੈ। ਸਗੋਂ ਆਪਣੀ ਕਾਇਆ ਨੂੰ ਪਰਮਾਤਮਾ ਦੇ ਪ੍ਰੇਮ ਰੰਗ ਵਿੱਚ ਆਪਾਂ ਰੰਗਣਾ ਹੈ। ਔਰ ਮੈਂ ਕਈ ਵਾਰੀ ਬੇਨਤੀ ਕਰਦਾ ਕਿ ਆਪਣੇ ਆਪ ਨੂੰ ਗੁਰੂ ਰੂਪੀ ਲਿਲਾਰੀ ਦੇ ਅੱਗੇ ਪੇਸ਼ ਕਰਨਾ। ਗੁਰੂ ਨੂੰ ਕਹਿਣਾ ਸੱਚੇ ਪਾਤਸ਼ਾਹ ਕਾਇਆ ਰੰਗਣ ਜੇਥੀਏ ਪਿਆਰੇ, ਪਾਈਏ ਨਾਉ ਮਜੀਠ ਰੰਗਣ ਵਾਲਾ, ਜੇ ਰੰਗੈ ਸਾਹਿਬ ਐਸਾ ਰੰਗ ਨਾ ਡੀਠ। ਸੱਚੇ ਪਾਤਸ਼ਾਹ ਮੈਂ ਆਪਣਾ ਆਪ ਤੇਰੇ ਅੱਗੇ ਰੱਖ ਦਿੱਤਾ ਹੈ, ਹੁਣ ਕਿਰਪਾ ਕਰ ਮੈਨੂੰ ਮਜੀਠ ਦਾ ਰੰਗ ਚਾੜ ਦੇ, ਕਿਉਂਕਿ ਮੈਂ ਤਾਂ ਕੱਚੇ ਰੰਗ ਨਾਲ ਰੰਗਿਆ ਹੋਇਆ ਹਾਂ। ਗੁਰੂ ਪਿਤਾ ਜੀ ਕਹਿੰਦੇ ਨੇ ਕਿ ਸਾਡੀ ਜੀਵਨ ਦੀ ਹਾਲਤ ਐਸੀ ਹੈ ਕਿ ਅਸੀਂ ਵਿਖਿਆ ਦੇ ਸੋਰ, ਮਾਇਆ ਦੀ ਫੂੰ ਫੂੰ,
ਵਿਖ ਦਾ ਅਰਥ ਹੈ ਮਾਇਆ, ਸ਼ੋਰ ਦਾ ਅਰਥ ਹੈ ਰੋਲਾ। ਮੈਂ ਕਿ ਬੇਨਤੀ ਕਰਾਂ, ਸੰਸਾਰ ਦੇ ਵਿੱਚ ਬੰਦਾ ਨਹੀਂ ਬੋਲਦਾ, ਬੰਦੇ ਦੇ ਕੋਲ ਜਿਹੜੀ ਮਾਇਆ ਉਹ ਬੋਲਦੀ ਹੈ। ਇੱਕ ਵਿਦਵਾਨ ਕਹਿੰਦਾ ਕਿ ਮਾਇਆ ਆ ਜਾਏ ਤੇ ਕਿੱਦਾਂ ਬੰਦੇ ਦੇ ਨਾਮ ਚੇਂਜ ਹੋ ਜਾਂਦੇ ਨੇ। ਉਹ ਕਹਿੰਦੇ ਪਰਸੂ, ਪਰਸਾ, ਪਰਸਰਾਮ, ਮਾਇਆ ਕੇ ਹੈ ਤੀਨ ਕਾਮ। ਜਦੋਂ ਮਾਇਆ ਘਟ ਤੇ ਪਰਸੂ ਕਹਿੰਦੇ ਲੋਕ, ਥੋੜੀ ਸੀ ਮਾਇਆ ਆ ਜਾਏ ਤੇ ਪਰਸਾ ਕਹਿ ਕੇ ਪੁਕਾਰਦੇ ਵੀ ਪਰਸੇ ਦੇ ਕੀ ਹਾਲ ਨੇ। ਤੇ ਜੇ ਮਾਇਆ ਦੇ ਅੰਬਾਲ ਲੱਗ ਜਾਣ ਤੇ ਉਹ ਪਰਸਰਾਮ ਜੀ ਬਣ ਜਾਂਦਾ ਹੈ। ਪਰਸੂ, ਪਰਸਾ, ਪਰਸਰਾਮ, ਮਾਇਆ ਕੇ ਹੈ ਤੀਨ ਕਾਮ। ਮਾਇਆ ਦੇ 3 ਕੰਮ ਨੇ। ਜੇ ਘੱਟ ਹੈ ਤੇ ਕੋਈ ਪੁੱਛਦਾ ਨਹੀਂ, ਆ ਜਾਏ ਤੇ ਲੋਕ ਪੁੱਛਣ ਲੱਗ ਪੈਂਦੇ ਨੇ, ਸਲਾਮਾਂ ਕਰਨ ਲੱਗ ਪੈਂਦੇ ਨੇ, ਰਿਸ਼ਤੇਦਾਰੀਆਂ ਕੱਢਣ ਲੱਗ ਪੈਂਦੇ ਨੇ, ਜਾਣ ਪਛਾਣ ਬਣਾਉਣ ਲੱਗ ਪੈਂਦੇ ਨੇ। ਮੈਂ ਜ਼ਿੰਦਗੀ ਵਿੱਚ ਇਹ ਗੱਲ ਦੇਖੀ ਹੈ ਕਿ ਬੰਦੇ ਕੋਲ 3 ਚੀਜ਼ਾਂ ਆ ਜਾਣ, 3 ਵਿੱਚੋਂ ਇੱਕ ਵੀ ਆ ਜਾਏ, ਇੱਕ ਗਿਆਨ, ਦੂਜਾ ਬਲ, ਤੀਜਾ ਧਨ। ਇਸ ਤਰ੍ਹਾਂ ਕਹਿ ਲਵਾਂ, ਬਲਵਾਨ, ਧਨਵਾਨ, ਗਿਆਨਵਾਨ। ਐਸੇ ਬੰਦੇ ਲੋਕ ਜੋ ਰਿਸ਼ਤੇਦਾਰੀਆਂ ਕੱਢਣ ਲੱਗ ਪੈਂਦੇ। ਤੂੰ ਮੇਰੇ ਇਲਾਕੇ ਦਾ, ਫਲਾਣਾ ਬੰਦਾ ਮੇਰੇ ਇਲਾਕੇ ਦਾ। ਜਦੋਂ ਬੰਦੇ ਕੋਲ ਗਿਆਨ ਨਹੀਂ ਹੁੰਦਾ ਨਾ, ਕੋਈ ਨਹੀਂ ਪੁੱਛਦਾ ਉਹਨੂੰ। ਜੇ ਉਹਦੇ ਕੋਲ ਗਿਆਨ ਆ ਜਾਏ ਨਾ ਤੇ ਲੋਕ ਸੋਚਦੇ ਨੇ ਵੀ ਪੁੱਛੀਏ ਵੀ ਕਿੱਥੋਂ ਦਾ ਰਹਿਣ ਵਾਲਾ ਹੈ। ਕਿਉਂਕਿ ਇਹ ਤਜਰਬਾ ਮੈਂ ਬੜਾ ਦੇਖਿਆ। ਕਿਉਂਕਿ 2-1 ਸਾਲ ਜਦੋਂ ਦਾਸਪੁਰੀ ਇੰਡੀਆ ਵਿੱਚ ਪ੍ਰਚਾਰ ਕਰਨ ਵਾਸਤੇ ਨਿਕਲਿਆ ਨਾ, ਘੁੰਮਦਾ ਰਿਹਾ ਅਲੱਗ-ਅਲੱਗ ਸਟੇਜਾਂ ਦੇ ਉੱਤੇ। ਤੇ ਜਦੋਂ ਪਹਿਲੀ ਵਾਰ ਗਿਆ ਤੇ ਕੋਈ ਗੱਲ ਕਿਸੇ ਨੇ ਪੁੱਛਣੀ ਨਹੀਂ, ਸਗੋਂ ਕਈ ਥਾਵਾਂ ਤੇ ਐਸਾ ਵੀ ਹੋਇਆ ਕਿ ਦਰਵਾਜ਼ਾ ਵੀ ਗੁਰਦੁਆਰੇ ਦਾ ਨਹੀਂ ਖੋਲ੍ਹਿਆ ਗਿਆ। ਪਰ ਜਿਵੇਂ ਜਿਵੇਂ ਗੁਰੂ ਸਾਹਿਬ ਦੀ ਕਿਰਪਾ ਹੋਈ, 2 ਅੱਖਰ ਗਿਆਨ ਦੇ ਆ ਗਏ। ਫਿਰ ਮੈਂ ਦੇਖਿਆ ਤਬਦੀਲੀ ਆਉਂਦੇ ਹੋਏ। ਫਿਰ ਲੋਕ ਆ ਕੇ ਪੁੱਛਦੇ ਸਨ, ਭਾਈ ਸਾਹਿਬ ਕਿੱਥੇ ਨਿਵਾਸ ਰੱਖਿਆ, ਕਿੱਥੇ ਦੇ ਰਹਿਣ ਵਾਲੇ ਹੋ। ਜਿਵੇਂ ਉਹਨਾਂ ਨੇ ਰਿਸ਼ਤੇਦਾਰੀ ਕੱਢਣੀ ਹੁੰਦੀ ਹੈ। 3 ਚੀਜ਼ਾਂ ਬੰਦੇ ਦੇ ਜੀਵਨ 'ਚ ਆ ਜਾਣ, ਜਾਂ ਤਾਂ ਬਲ ਆ ਜਾਵੇ, ਬਲਵਾਨ ਹੋਵੇ, ਧਨ ਆ ਜਾਏ, ਧਨਵਾਨ ਹੋਵੇ, ਜਾਂ ਗਿਆਨ ਆ ਜਾਏ, ਗਿਆਨਵਾਨ ਹੋਵੇ। ਲੋਕ ਉਸ ਦੇ ਨਾਲ ਰਿਸ਼ਤੇਦਾਰੀਆਂ ਜੋੜਨ ਲੱਗ ਪੈਂਦੇ ਆ। ਪਰ ਜਿਹਦੇ ਕੋਲ ਗਿਆਨ ਨਹੀਂ, ਧਨ ਨਹੀਂ, ਬਲ ਨਹੀਂ, ਤੇ ਸੰਸਾਰ ਵਿੱਚ ਉਸ ਦੀ ਕੋਈ ਸਾਰ ਨਹੀਂ ਲੈਂਦਾ। ਇੱਕ ਇੱਥੇ ਮੈਂ ਗੱਲ ਸੁਣਾਵਾਂ, ਬੜੇ ਕਮਾਲ ਦੀ ਗੱਲ ਮੈਨੂੰ ਯਾਦ ਆ ਗਈ। ਸੰਗੀਤ ਦੀ ਦੁਨੀਆ ਵਿੱਚ ਬੜਾ ਵੱਡਾ ਨਾਮ ਹੈ ਤਾਨਸੈਨ ਦਾ, ਤੁਸੀਂ ਵੀ ਸੁਣਿਆ ਹੋਵੇਗਾ। ਸੰਗੀਤ ਦੀ ਦੁਨੀਆ ਵਿੱਚ ਤਾਨਸੈਨ ਦਾ ਬਹੁਤ ਵੱਡਾ ਨਾਮ ਹੈ। ਇਹ ਉਹ ਰਾਗ ਵਿਦਿਆ ਦਾ ਮਾਹਿਰ ਸੀ ਕਿ ਇਹ ਜੇ ਰਾਗ ਦੀਪਕ ਗਾ ਦਿੰਦਾ ਸੀ ਤੇ ਦੀਵੇ ਜਗ ਪੈਂਦੇ ਸਨ। ਜੇ ਰਾਗ ਮਲਾਰ ਗਾ ਦਿੰਦਾ ਸੀ, ਬਿਨਾਂ ਮੌਸਮ ਤੋਂ ਬਰਸਾਤ ਹੋਣ ਲੱਗ ਪੈਂਦੀ ਸੀ। ਜੇ ਬੱਦਲ ਨਹੀਂ ਵੀ ਨਾ ਤਾਂ ਵੀ ਬਰਸਾਤ ਹੋਣ ਲੱਗ ਪੈਂਦੀ। ਇਤਨਾ ਇਸਨੇ ਰਾਗਾਂ ਨੂੰ ਕਮਾਇਆ ਸੀ। ਰਾਗ ਇਹਦੀ ਰਸਨਾ ਤੇ ਵਸ ਗਏ ਸਨ। ਰਾਗ ਵੀ ਕਮਾਣੇ ਪੈਂਦੇ ਨੇ। ਜਦੋਂ ਕਮਾ ਲੈਂਦਾ ਕੋਈ, ਫਿਰ ਉਹ ਰਾਗ ਵੀ ਕੰਮ ਕਰਦੇ ਆ। ਤਾਨਸੈਨ ਦਾ ਨਾਮ ਅਸੀਂ ਸਾਰੇ ਜਾਣਦੇ ਹਾਂ। ਜਦੋਂ ਇਹ ਪਹਿਲੀ ਵਾਰ ਕਿਸੇ ਰਾਜੇ ਦੇ ਦਰਬਾਰ ਦੇ ਵਿੱਚ ਆਪਣੇ ਉਸਤਾਦ ਕੋਲੋਂ ਸਿੱਖ ਕੇ ਗਾਉਣ ਵਾਸਤੇ ਗਿਆ ਨਾ, ਤੇ ਇਸ ਨੂੰ ਪਤਾ ਨਹੀਂ ਸੀ ਵੀ ਰਾਜੇ ਦੀ ਸਭਾ ਵਿੱਚ ਕਿਵੇਂ ਜਾਈਦਾ। ਗਰੀਬ ਸੀ ਬਹੁਤ, ਗਰੀਬੀ ਬਹੁਤ ਦੇਖੀ ਸੀ ਤਾਨਸੈਨ ਨੇ। ਬੜੀ ਗਰੀਬੀ ਵਿੱਚੋਂ ਆਇਆ ਸੀ, ਬੜਾ ਗਰੀਬ ਸੀ। ਆਪਣੇ ਉਸਤਾਦ ਨੂੰ ਵੀ ਨਹੀਂ ਦੱਸਿਆ ਔਰ ਇਹ ਚਲਾ ਗਿਆ ਰਾਜੇ ਦੇ ਦਰਬਾਰ ਵਿੱਚ ਗਾਉਣ ਵਾਸਤੇ। ਸਾਧਾਰਨ ਜਿਹੇ ਕੱਪੜੇ ਪਾਏ ਹੋਏ, ਨੋਰਮਲ ਜੁੱਤੀਆਂ ਪਾਈਆਂ ਹੋਈਆਂ। ਤੇ ਇਹ ਜਦੋਂ ਉਸ ਰਾਜੇ ਦੇ ਦਰਬਾਰ ਵਿੱਚ ਗਿਆ ਤੇ ਮਨ ਵਿੱਚ ਵਿਚਾਰ ਕਰਕੇ ਗਿਆ ਸੀ ਵੀ ਮੇਰਾ ਨਾਮ ਬੜਾ ਹੋ ਗਿਆ ਤੇ ਸਾਰੇ ਲੋਕ ਸਲੂਟ ਮਾਰਨਗੇ, ਸਾਰੇ ਲੋਕ ਸਲੂਟ ਮਾਰਨਗੇ ਮੈਨੂੰ। ਪਰ ਹੋਇਆ ਉਲਟ। ਜਦੋਂ ਇਹ ਰਾਜੇ ਦੇ ਦਰਬਾਰ 'ਤੇ ਗਿਆ, ਜਿਹੜੇ ਦਰਬਾਨ ਖਲੋਤੇ ਸਨ ਰਾਜੇ ਦੇ ਦਰਬਾਰ 'ਤੇ, ਇਸ ਨੇ ਕਿਹਾ, ਪੁੱਛਿਆ ਕੌਣ? ਕਹਿੰਦਾ ਮੈਂ ਤਾਨਸੈਨ। ਆਪਣੇ ਕੱਪੜੇ ਦੇਖੇ, ਕਿਉਂਕਿ ਉਹਨਾਂ ਦੇ ਮਨ ਵਿੱਚ ਵੀ ਇੱਕ ਵਿਚਾਰ ਸੀ ਵੀ ਤਾਨਸੈਨ ਹੋਏਗਾ, ਬੜੇ ਸੋਹਣੇ ਕੱਪੜੇ ਪਾਏ ਹੋਣਗੇ, ਦਿੱਖ ਬੜੀ ਸੋਹਣੀ ਹੋਵੇਗੀ। ਆਖਿਰਕਾਰ ਉਹਨਾਂ ਨੇ ਅੰਦਰ ਨਹੀਂ ਜਾਣ ਦਿੱਤਾ। ਇਹਨੇ ਬੜੇ ਤਰਲੇ ਲਏ ਵੀ ਮੈਨੂੰ ਅੰਦਰ ਜਾਣ ਦਿਓ। ਇਹ ਵਾਪਸ ਆ ਗਿਆ।
ਵਾਪਸ ਆ ਕੇ ਆਪਣੇ ਉਸਤਾਦ ਕੋਲ ਗਿਆ, ਕਹਿਣ ਲੱਗਾ ਇੱਦਾਂ ਮੈਂ ਰਾਜੇ ਦਰਬਾਰ ਵਿੱਚ ਮੈਨੂੰ ਸੱਦਿਆ ਗਿਆ ਅਤੇ ਜੇ ਰਾਜੇ ਕੋਲ ਨਾ ਪਹੁੰਚਿਆ ਤੇ ਉਹ ਮੈਨੂੰ ਮਰਵਾ ਦੇਵੇਗਾ, ਅਤੇ ਮੈਂ ਬੜਾ ਹੀ ਯਤਨ ਕਰਕੇ ਵੇਖ ਲਿਆ, ਮੈਨੂੰ ਇਹਨਾਂ ਕੱਪੜਿਆਂ ਵਿੱਚ ਐਂਟਰੀ ਕੋਈ ਨਹੀਂ ਮਿਲੀ, ਮੈਂ ਕੀ ਕਰਾਂ। ਕਹਿੰਦਾ ਤੂੰ ਗਿਆ ਕਿਉਂ ਸੀ ਇਹਨਾਂ ਕੱਪੜਿਆਂ 'ਚ। ਉਸਤਾਦ ਨੇ ਆਪਣੀ ਸ਼ੇਰਵਾਨੀ ਦਿੱਤੀ, ਆਪਣੇ ਕੀਮਤੀ ਜੁੱਤੀਆਂ ਦਿੱਤੀਆਂ, ਆਪਣੀ ਦਸਤਾਰ ਦਿੱਤੀ। ਦਸਤਾਰ ਬੰਨ੍ਹ ਕੇ, ਸ਼ੇਰਵਾਨੀ ਪਾ ਕੇ, ਉਸਤਾਦ ਦੀਆਂ ਜੁੱਤੀਆਂ ਪਾ ਕੇ, ਗਲੇ ਵਿੱਚ ਪਰਨਾ ਪਾ ਕੇ ਜਦੋਂ ਉੱਥੇ ਪਹੁੰਚਦਾ ਤੇ ਸਾਰੇ ਸਲਾਮਾਂ ਮਾਰਨ ਲੱਗ ਪਏ। ਚਾਰੇ ਪਾਸੇ ਲੋਕ ਇਕੱਠੇ ਹੋ ਗਏ, ਤਾਨਸੈਨ ਆ ਗਿਆ, ਤਾਨਸੈਨ ਆ ਗਿਆ। ਯਾਦ ਰੱਖਣਾ ਪਿਆਰ ਵਾਲਿਓ, ਜਦੋਂ ਇਹ ਅੰਦਰ ਗਿਆ ਨਾ ਤੇ ਬੜੀ ਆਓ ਭਗਤ ਕੀਤੀ ਗਈ, ਚਾਹ ਪਾਣੀ ਪੁੱਛਿਆ ਗਿਆ। ਜਦੋਂ ਚਾਹ ਇਸ ਦੇ ਕੋਲ ਆਈ ਨਾ ਤੇ ਇਹ ਕੀ ਕਰਦਾ, ਉਸ ਚਾਹ ਦੇ ਪਿਆਲੇ ਨੂੰ ਕਦੀ ਪੱਗ ਨਾਲ ਲਾਉਂਦਾ ਹੈ, ਕਦੀ ਸ਼ੇਰਵਾਨੀ ਨਾਲ ਲਾਉਂਦਾ ਹੈ, ਕਦੀ ਜੁੱਤੀਆਂ ਨਾਲ ਲਾਉਂਦਾ ਹੈ। ਉਹ ਕਹਿਣ ਲੱਗੇ ਜੀ ਇਹ ਤਾਂ ਪੀਣ ਵਾਸਤੇ ਦਿੱਤੀ ਹੈ, ਇਹ ਪੀਣ ਵਾਸਤੇ ਦਿੱਤੀ ਹੈ, ਤੁਸੀਂ ਇਹ ਕੀ ਕਰਦੇ ਹੋ। ਕਹਿਣ ਲੱਗੇ ਕਿਸ ਦੇ ਪੀਣ ਵਾਸਤੇ। ਕਹਿੰਦੇ ਤਾਨਸੈਨ ਦੇ। ਕਹਿੰਦੇ ਤਾਨਸੈਨ ਇੱਥੇ ਨਹੀਂ ਆਇਆ। ਇੱਕ ਵਾਰ ਉਚਾਰਨ ਕਰੋ ਸਤਨਾਮ। ਜਿਹੜਾ ਤਾਨਸੈਨ ਆਇਆ ਸੀ ਉਹ ਤਾਂ ਚਲਾ ਗਿਆ, ਇੱਥੇ ਕੱਪੜੇ ਆਏ ਨੇ, ਇਹ ਪੱਗ ਆਈ ਹੈ, ਇਹ ਜੁੱਤੀਆਂ ਆਈਆਂ ਨੇ, ਅਤੇ ਜੋ ਇੱਥੇ ਆਇਆ ਤੇ ਚਾਹ ਵੀ ਤਾਂ ਉਸਨੂੰ ਹੀ ਪਿਲਾਣੀ ਹੈ ਨਾ। ਇੱਕ ਸੱਚਾਈ ਹੈ ਕਿ ਕਈ ਵਾਰੀ ਐਸਾ ਹੁੰਦਾ ਜਿਤਨਾ ਮਰਜ਼ੀ ਗੁਣ ਬੰਦੇ ਕੋਲ ਹੋਵੇ, ਜੇ ਉਹਦੇ ਕੱਪੜੇ ਸਾਫ ਸੁਥਰੇ ਚੰਗੇ ਨਹੀਂ ਨਾ, ਲੋਕ ਸੰਸਾਰ ਵਿੱਚ ਪੁੱਛਦੇ ਨਹੀਂ। ਪਰ ਯਾਦ ਰੱਖਣਾ, ਸੰਸਾਰ ਦੇ ਵਿੱਚ ਆ ਕੇ ਇਹ ਨਾ ਹੋਵੇ ਕਿ ਜੋ ਸਾਨੂੰ ਦਿੱਤਾ ਗਿਆ ਹੈ ਉਸ ਦਿੱਤੀਆਂ ਹੋਈਆਂ ਦਾਤਾਂ ਦਾ, ਗੁਰਬਾਣੀ ਕਹਿੰਦੀ ਹੰਕਾਰ ਨਹੀਂ ਹੋਣਾ ਚਾਹੀਦਾ। ਪਰ ਸਾਡੇ ਜੀਵਨ ਵਿੱਚ ਕੀ ਹੁੰਦਾ ਕਿ ਜੋ ਸਾਨੂੰ ਮਿਲਿਆ, ਜਿਵੇਂ ਮਹਾਰਾਜ ਕਹਿੰਦੇ ਨੇ, ਦਾਤ ਪਿਆਰੀ ਵਿਸਰਿਆ ਦਾਤਾਰਾ, ਜਾਣੇ ਨਾਹੀਂ ਮਰਨ ਵਿਚਾਰਾ। ਜੋ ਦਿੱਤਾ ਗਿਆ ਸਾਨੂੰ ਉਹ ਪਿਆਰਾ ਲੱਗਣ ਲੱਗ ਪੈਂਦਾ ਅਤੇ ਅਸੀਂ ਉਸ ਦਾ ਹੰਕਾਰ ਕਰਨ ਲੱਗ ਪੈਂਦੇ ਹਾਂ। ਇਹਨੂੰ ਮਹਾਰਾਜ ਕਹਿੰਦੇ ਨੇ, ਕੀਤੇ ਕੋ ਮੇਰੇ ਸਮਾਨੈ ਕਰਨਹਾਰ ਤਰਨ ਜਾਣੈ। ਜੋ ਕੀਤਾ ਉਸ ਨੂੰ ਸੁਮੇਰ ਪਰਬਤ ਜਿੱਡਾ ਵੱਡਾ ਸਮਝਦਾ ਹੈ, ਔਰ ਉਸ ਪਰਮਾਤਮਾ ਨੂੰ ਟਿੱਲੇ ਜਿੰਨਾ ਛੋਟਾ ਸਮਝਣ ਲੱਗ ਪੈਂਦਾ ਹੈ। ਇਸ ਕਰਕੇ ਹੀ ਇਹ ਮਾਇਆ ਜਿਹੜੀ ਹੈ ਨਾ, ਫਿਰ ਬੰਦੇ ਦੇ ਅੰਦਰ ਬੋਲਣ ਲੱਗ ਪੈਂਦੀ ਹੈ। ਸਤਿਗੁਰ ਕਹਿੰਦੇ ਤੂੰ ਕੀ ਕਰ ਰਿਹਾ ਹੈ। ਰਾਚ ਰਹੇ ਬੰਤਾ ਵਿਨੋਦ, ਕੁਸਮ ਰੰਗ ਵਿਕਸੋਰ। ਮਹਾਰਾਜ ਕਹਿੰਦੇ ਇਹ ਮਾਇਆ ਦੀ ਫੂੰ ਫਾਂ ਕੁਸੰਬੇ ਦੇ ਰੰਗ ਵਾਂਗ ਛਿਨ ਭੰਗਰ ਹੈ, ਇਹ ਤਾਂ ਹੰਕਾਰ ਨਾ ਕਰੀ। ਪਤਾ ਨਹੀਂ ਕਿ ਅੱਜ ਹੈ, ਸਵੇਰੇ ਹੋਵੇਗੀ ਕਿ ਨਹੀਂ ਹੋਵੇਗੀ। ਮਾਇਆ ਆਪਣਾ ਰੂਪ ਜਦੋਂ ਬਦਲਦੀ ਹੈ ਨਾ, ਉਹਦਾ ਪਤਾ ਕੁਛ ਨਹੀਂ ਹੁੰਦਾ। ਇਸ ਕਰਕੇ ਮਹਾਰਾਜ ਕਹਿੰਦੇ ਨੇ ਇਸ ਦਾ ਹੰਕਾਰ ਛੱਡ। ਅਤੇ ਮਹਾਰਾਜ ਕਹਿੰਦੇ ਕਿਵੇਂ ਛੱਡਿਆ ਜਾਏ। ਕਹਿਣ ਲੱਗੇ ਨਾਨਕ ਤੇ ਸਰਨੀ ਪਰੋ, ਵਿਨਸ ਜਾਏ ਮੈਂ ਮੋਰ। ਸਤਿਗੁਰ ਕਹਿੰਦੇ ਹੈ ਨਾਨਕ, ਮੈਂ ਤਾਂ ਉਸ ਪ੍ਰਭੂ ਦੀ ਸ਼ਰਨ ਪੈਂਦਾ ਹਾਂ, ਅਕਾਲ ਪੁਰਖ ਵਾਹਿਗੁਰੂ ਜੀ ਦੀ ਸ਼ਰਨ। ਅਤੇ ਜਦੋਂ ਮੈਂ ਪਰਮਾਤਮਾ ਦੀ ਸ਼ਰਨ ਵਿੱਚ ਪੈਂਦਾ ਹਾਂ, ਵਿਨਸ ਜਾਏ ਮੈਂ ਮੋਰ। ਅਤੇ ਮਹਾਰਾਜ ਕਹਿੰਦੇ ਨੇ ਉਸ ਦੀ ਮਿਹਰ ਨਾਲ ਹਉਮੈ ਅਤੇ ਮਮਤਾ ਦੂਰ ਹੋ ਜਾਂਦੀ ਹੈ, ਮੈਂ ਵੀ ਵਿੰਸ ਜਾਂਦੀ ਹੈ। ਅਤੇ ਮੋਰ ਦਾ ਅਰਥ ਹੈ ਆਪਣਾਪਣ ਭਾਵ ਮੋਹ ਵੀ ਵਿਸਰ ਜਾਂਦਾ ਹੈ। ਇਹ ਮੈਂ ਵੀ ਖਤਰਨਾਕ ਹੈ ਅਤੇ ਇਹ ਆਪਣਾਪਣ ਵੀ ਖਤਰਨਾਕ ਹੈ ਕਿ ਇਹ ਧਨ ਮੇਰਾ ਹੈ, ਇਹ ਪਰਿਵਾਰ ਮੇਰਾ ਹੈ। ਕਿਉਂਕਿ ਮਾਇਆ ਮਮਤਾ ਮੋਹਣੀ ਹੈ, ਜਿਨ ਬਿਨ ਦੰਤਾਂ ਜਗ ਖਾਇਆ ਕਿ ਸਤਿਗੁਰ ਨੇ। ਮਾਇਆ ਦੀ ਆਪਣਤ ਜਿਹੜੀ ਹੈ ਉਹ ਵੀ ਬੜੀ ਖਤਰਨਾਕ ਹੈ, ਅਤੇ ਮੈਂ ਵੀ ਬੜੀ ਖਤਰਨਾਕ ਹੈ ਕਿ ਮੈਂ ਹਾਂ, ਮੈਂ ਹੀ ਸਭ ਕੁਛ ਹੋਵਾਂ। ਮਹਾਰਾਜ ਕਹਿੰਦੇ ਜਿਹੜਾ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਪੈ ਜਾਂਦਾ ਨਾ, ਅਤੇ ਉਸ ਦੀ ਮਿਹਰ ਹੋ ਜਾਂਦੀ ਹੈ, ਅਤੇ ਉਸ ਦੇ ਅੰਦਰ ਦੀ ਹਉਮੈ ਅਤੇ ਉਸ ਦੇ ਅੰਦਰ ਦਾ ਜਿਹੜਾ ਮਮਤਾ ਮਾਇਆ ਦਾ ਮੋਹ ਹੈ ਉਹ ਵੀ ਦੂਰ ਹੋ ਜਾਂਦਾ ਹੈ। ਫਿਰ ਮਹਾਰਾਜ ਅੱਗੇ ਪੌੜੀ 'ਚ ਵਿਆਖਿਆ ਕਰ ਰਹੇ ਨੇ। ਪੌੜੀ ਇਹ ਮਨ ਬਿਨ ਹਰ ਜਹ ਰਚੋ। ਇਹ ਮਨ ਸੰਬੋਧਨ ਹੈ, ਹੇ ਮੇਰੇ ਮਨ, ਬਿਨ ਹਰ ਜਹ ਰਚੋ। ਪ੍ਰਭੂ ਤੋਂ ਬਿਨਾਂ ਹੋਰ ਜਿੱਥੇ ਜਿੱਥੇ ਪ੍ਰੇਮ ਪਾਏਗਾ, ਤਹਿ ਤਹਿ ਬੰਧਨ ਪਾਹੇ। ਉੱਥੇ ਉੱਥੇ ਮਾਇਆ ਦੇ ਬੰਧਨ ਪੈਂਦੇ ਜਾਣਗੇ। ਯਾਦ ਰੱਖਣਾ, ਇੱਕ ਅਕਾਲ ਪੁਰਖ ਵਾਹਿਗੁਰੂ ਨੂੰ ਛੱਡ ਕੇ ਜਿੱਥੇ ਜਿੱਥੇ ਵੀ ਅਸੀਂ ਪ੍ਰੇਮ ਪਾਵਾਂਗੇ ਨਾ, ਉੱਥੇ ਮਾਇਆ ਦੇ ਬੰਧਨ ਹਨ। ਕਿਉਂਕਿ ਉਹ ਪ੍ਰੇਮ ਸੱਚਾ ਨਹੀਂ, ਉਹ ਪ੍ਰੇਮ ਸਦੀਵ ਕਾਲੀ ਨਹੀਂ। ਬਾਬਾ ਫਰੀਦ ਜੀ ਨੇ ਤਾਂ ਬੜੇ ਪਿਆਰ ਨਾਲ ਸਾਨੂੰ ਗੱਲ ਸਮਝਾਈ ਕਿ ਫਰੀਦਾ ਜਾਂ ਲੱਭ ਤਾਂ ਨਹੀਂ ਕਿਆ,
ਲਵਤਾ ਕੂੜਾ ਨੇ। ਕਹਿੰਦੇ ਜਿੱਥੇ ਲਵ ਦਾ ਅਰਥ ਲੋਭ ਹੈ ਤੇ ਉੱਥੇ ਪ੍ਰੇਮ ਨਹੀਂ ਹੋ ਸਕਦਾ। ਔਰ ਜਿੱਥੇ ਪ੍ਰੇਮ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ ਉਹ ਲਵਤਾ ਕੂੜਾ ਨੇ। ਉਹ ਲੋਭ ਦੇ ਅਧੀਨ ਕੀਤਾ ਹੋਇਆ ਪ੍ਰੇਮ ਕੂੜਾ ਝੂਠਾ ਹੈ, ਕਿਉਂਕਿ ਲੋਭ ਦੇ ਅਧੀਨ ਹੈ। ਹਰੀ ਤੋਂ ਬਿਨਾਂ ਜਿਸ ਦੇ ਨਾਲ ਵੀ ਜੁੜਾਂਗੇ, ਮੈਂ ਬੇਨਤੀ ਕਰਾਂ, ਉੱਥੇ ਕੱਚਾ ਪ੍ਰੇਮ ਹੋਏਗਾ। ਜੁੜਨਾ ਤੇ ਸਤਿਗੁਰੂ ਦੇ ਚਰਨਾਂ ਨਾਲ ਜੁੜੋ, ਜੁੜਨਾ ਸਤਸੰਗਤ ਨਾਲ ਜੁੜੋ, ਜੁੜਨਾ ਤੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਨਾਲ ਜੁੜੋ। ਕਿਉਂਕਿ ਜਦੋਂ ਆਪਾਂ ਸਤਸੰਗਤ ਵਿੱਚ ਬੈਠ ਕੇ ਜੀਵਨ ਜਾਚ ਸਿੱਖ ਕੇ ਪ੍ਰੇਮ ਪਾਵਾਂਗੇ ਨਾ, ਤੇ ਉਹਦੇ ਵਿੱਚੋਂ ਕੋਈ ਲਾਲਚ ਨਹੀਂ ਹੋਏਗਾ। ਇਹ ਮਨ ਬਿਨ ਹਰ ਜਹ ਰਚੋ ਤਹ ਤਹ ਬੰਧਨ ਪਾਏ। ਮਹਾਰਾਜ ਕਹਿੰਦੇ ਨੇ ਉੱਥੇ ਉੱਥੇ ਮਾਇਆ ਦੇ ਬੰਧਨ ਪੈਣਗੇ। ਫਿਰ ਕਹਿਣ ਲੱਗੇ ਜਿਹ ਬਿਦ ਕਤੂ ਨ ਛੁਟੀਐ ਸਾਕਤ ਤੇਉ ਕਮਾਏ। ਮਹਾਰਾਜ ਕਹਿੰਦੇ ਹਰੀ ਤੋਂ ਵਿਛੜੇ ਹੋਏ ਬੰਦੇ ਉਹੀ ਕੰਮ ਕਰਦੇ ਹਨ, ਉਸ ਤਰੀਕੇ ਨਾਲ ਕਿਤੇ ਵੀ ਇਹਨਾਂ ਬੰਧਨਾਂ ਤੋਂ ਖਲਾਸੀ ਨਹੀਂ ਹੁੰਦੀ। ਉਹੀ ਬੰਧਨਾਂ ਵਿੱਚ ਪੈਣ ਵਾਲੇ ਕਰਮ ਕਰਦੇ ਹਨ, ਹੋਰ ਬੰਧਨਾਂ ਵਿੱਚ ਪੈਂਦੇ ਚਲੇ ਜਾਂਦੇ ਨੇ, ਹੋਰ ਬੰਧਨਾਂ ਵਿੱਚ ਪੈਂਦੇ ਚਲੇ ਜਾਂਦੇ ਨੇ। ਆਪਾਂ ਜਿਵੇਂ ਸੰਸਾਰ ਦੇ ਵਿੱਚ ਆ ਕਰਕੇ ਨਾ ਕਈ ਵਾਰੀ ਇਹ ਸੋਚ ਲੈਂਦੇ ਕਿ ਇਹ ਜਿਹੜੀ ਸੰਸਾਰ ਦੀਆਂ ਚੀਜ਼ਾਂ ਨੇ ਨਾ, ਇਹਨਾਂ ਨੇ ਸਾਡੇ ਉੱਤੇ ਕੀ ਅਸਰ ਕਰਨਾ ਹੈ। ਗੁਰੂ ਸਾਹਿਬ ਦੀ ਬਾਣੀ ਕਹਿੰਦੀ ਹੈ ਮਾਇਆ ਦਾ ਹਰ ਇੱਕ ਰੂਪ ਕਿਸੇ ਵੀ ਰੂਪ ਦੇ ਵਿੱਚ ਹੈ, ਪਦਾਰਥਾਂ ਦੇ ਰੂਪ ਵਿੱਚ, ਧਨ ਦੇ ਰੂਪ ਦੇ ਵਿੱਚ। ਇਸ ਦਾ ਮੋਹ ਬੜਾ ਖਤਰਨਾਕ ਹੈ। ਇਹਨੂੰ ਮਰ ਕਹਿੰਦੇ ਜੇਤਾ ਮੋਹ ਪ੍ਰੀਤ ਸਵਾਦ। ਜਿਤਨਾ ਵੀ ਮਾਇਆ ਦਾ ਮੋਹ ਹੈ, ਪ੍ਰੀਤ ਦਾ ਅਰਥ ਹੈ ਪਰਿਵਾਰ ਦੇ ਨਾਲ ਪ੍ਰੀਤ ਹੈ, ਸਵਾਦ ਦਾ ਅਰਥ ਹੈ ਪਦਾਰਥਾਂ ਦੇ ਚਸਕੇ ਨੇ, ਪਦਾਰਥਾਂ ਦੇ ਨਾਲ ਪਿਆਰ ਹੈ। ਇਹ ਪਤਾ ਕੀ ਕਰਦਾ ਹੈ? ਜੇਤਾ ਮੋਹ ਪ੍ਰੀਤ ਸਵਾਦ ਸਭਾ ਕਾਲਖ ਦਾਗਾਂ ਦਾਗ। ਇਹ ਦਾਗੀ ਬਣਾ ਦਿੰਦਾ ਹੈ। ਫਿਰ ਮਹਾਰਾਜ ਕਹਿੰਦੇ ਦਾਗ ਦੋਸ ਮੂੰਹ ਚਲਿਆ ਲਾਏ ਦਰਗਾਹ ਵੈਸਨ ਨਹੀਂ ਜਾਏ। ਜਦੋਂ ਅਸੀਂ ਦਾਗੀ ਦੋਸ਼ੀ ਹੋ ਕੇ ਜਾਂਦੇ ਨਾ, ਵਾਹਿਗੁਰੂ ਦੀ ਦਰਗਾਹ ਵਿੱਚ ਥਾਂ ਪ੍ਰਾਪਤ ਨਹੀਂ ਹੁੰਦੀ। ਇਸ ਕਰਕੇ ਅਸੀਂ ਉਹ ਕੰਮ ਨਹੀਂ ਕਰਨੇ ਕਿ ਜਿਸ ਕਰਕੇ ਹੋਰ ਬੰਧਨ ਪੈਂਦੇ ਚਲੇ ਜਾਣ, ਕਿਉਂਕਿ ਪ੍ਰਭੂ ਤੋਂ ਵਿਛੜ ਜਾਵਾਂਗੇ, ਬੰਧਨ ਪੈਣੇ ਹੀ ਹਨ। ਹੋਰ ਬੰਧਨਾਂ ਵਿੱਚ ਪੈਂਦੇ ਚਲਾ ਜਾਵਾਂਗੇ। ਜਿਹਨੂੰ ਮਰ ਕਹਿੰਦੇ ਜਿਨ ਮੋਹੇ ਬ੍ਰਹਮੰਡ ਖੰਡ ਤਾਹੂ ਮੈਂ ਪਾਉ ਰਾਖ ਲੇਹੂ ਇਹ ਵਿਖੇ ਜਿਉ ਦੇਹੁ ਆਪਣਾ ਨਾਉ ਜਾਤੇ ਨਾਹੀ ਕੋ ਸੁਖੀ ਤਾਕੈ ਪਾਛੈ ਜਾਉ। ਜਿਸ ਤੋਂ ਅੱਜ ਤੱਕ ਕੋਈ ਸੁਖੀ ਨਹੀਂ ਹੋਇਆ, ਮੈਂ ਵੀ ਉਹਦੇ ਪਿੱਛੇ ਪਿੱਛੇ ਜਾ ਰਿਹਾ ਹਾਂ। ਔਰ ਇਹ ਸੋਚ ਰਿਹਾ ਵੀ ਸ਼ਾਇਦ ਉਹ ਬੰਧਨਾਂ ਵਿੱਚ ਪੈ ਗਿਆ, ਉਹ ਹੰਕਾਰੀ ਹੋ ਗਿਆ, ਮੈਂ ਨਹੀਂ ਹੋਵਾਂਗਾ। ਪਰ ਐਸਾ ਨਹੀਂ ਹੈ। ਜੇ ਉਹ ਹੰਕਾਰੀ ਹੈ ਤਾਂ ਤੂੰ ਵੀ ਕੱਲ ਉਸ ਕੁਰਸੀ ਨੂੰ ਪਾ ਕੇ ਹੰਕਾਰੀ ਹੋ ਜਾਏਗਾ। ਕੱਲ ਤੋਂ ਉੱਥੇ ਪਹੁੰਚ ਕੇ ਤੂੰ ਵੀ ਇਸ ਤਰ੍ਹਾਂ ਦਾ ਬਣ ਜਾਏਗਾ। ਕੋਈ ਵੀ ਚੀਜ਼ ਜਿਹੜੀ ਹੈ ਨਾ, ਜਦੋਂ ਆਪਾਂ ਕਹਿੰਦੇ ਫਲਾਣਾ ਬੰਦਾ ਬੜਾ ਹੰਕਾਰੀ ਹੈ ਜੀ, ਧਨਵਾਨ ਹੈ ਨਾ, ਕਹਿੰਦੇ ਇਸ ਕਰਕੇ ਹੰਕਾਰ ਕਰਦਾ ਹੋਏਗਾ, ਬਲਵਾਨ ਹੈ ਇਸ ਕਰਕੇ ਹੰਕਾਰ ਕਰਦਾ ਹੋਏਗਾ। ਜਦੋਂ ਤੂੰ ਵੀ ਬਲਵਾਨ ਹੋ ਜਾਏਗਾ ਤੇਰੇ ਅੰਦਰ ਵੀ ਹੰਕਾਰ ਪੈਦਾ ਹੋ ਜਾਏਗਾ। ਜਦੋਂ ਤੂੰ ਧਨਵਾਨ ਹੋਏਗਾ ਤੇਰੇ ਅੰਦਰ ਵੀ ਉਹ ਹੰਕਾਰ ਪੈਦਾ ਹੋ ਜਾਏਗਾ। ਕਿਉਂ? ਉਹ ਆਟੋਮੈਟਿਕ ਹੀ ਹੰਕਾਰ ਪੈਦਾ ਕਰ ਦਿੰਦਾ। ਉਹ ਤਾਂ ਉਹਨਾਂ ਬੰਦਿਆਂ ਦੇ ਜੀਵਨ ਵਿੱਚ ਨਹੀਂ ਹੁੰਦਾ ਜਿਹੜੇ ਸੁਚੇਤ ਰਹਿੰਦੇ ਹਨ, ਜਿਨ੍ਹਾਂ ਨੂੰ ਇਹ ਗੱਲ ਸਮਝ ਆ ਜਾਂਦੀ ਹੈ ਇਹ ਬਲ ਮੇਰਾ ਨਹੀਂ, ਇਹ ਬਲ ਮੇਰੇ ਰੱਬ ਦਾ ਦਿੱਤਾ ਹੋਇਆ, ਇਹ ਧਨ ਮੇਰਾ ਨਹੀਂ, ਮੇਰੇ ਪ੍ਰਭੂ ਨੇ ਟੁੱਟ ਕੇ ਦਾਤ ਮੇਰੀ ਝੋਲੀ 'ਚ ਪਾਈ ਹੈ। ਉਹ ਤਾਂ ਬਚ ਸਕਦੇ ਨੇ ਹੰਕਾਰ ਤੋਂ। ਪਰ ਜਿਹੜੇ ਇਸ ਸੰਸਾਰ ਦੇ ਵਿੱਚ ਆ ਕੇ ਇਹਨਾਂ ਪਦ ਪਦਵੀਆਂ ਦੇ ਚੱਕਰਾਂ ਵਿੱਚ ਜਾਂ ਧਨ ਪਦਾਰਥਾਂ ਦੇ ਪਿੱਛੇ ਦੌੜਦੇ ਨੇ, ਮਹਾਰਾਜ ਕਹਿੰਦੇ ਇਹ ਆਪਣੇ ਆਪ ਦੇ ਵਿੱਚ ਬੰਦੇ ਨੂੰ ਫਸਾ ਹੀ ਲੈਂਦੇ ਹਨ। ਇਸ ਕਰਕੇ ਮਹਾਰਾਜ ਕਹਿੰਦੇ ਜਾਤੇ ਨਾਹੀ ਕੋ ਸੁਖੀ ਤਾਕੈ ਪਾਛੇ ਜਾਉ। ਉਹਦੇ ਪਿੱਛੇ ਮੈਂ ਵੀ ਦੌੜ ਰਿਹਾ ਹਾਂ। ਛੋੜ ਜਾਏ ਜੋ ਸਗਲ ਕੋ ਫਿਰ ਲਪਟਾਉ। ਜਿਸ ਸਾਰਿਆਂ ਨੇ ਇਹਨੂੰ ਛੱਡ ਕੇ ਜਾਣਾ ਹੈ, ਮੈਨੂੰ ਪਤਾ ਹੈ, ਸਾਨੂੰ ਸਾਰਿਆਂ ਨੂੰ ਪਤਾ ਹੈ, ਫਿਰ ਅਸੀਂ ਇਹਦੇ ਵਿੱਚ ਖਚਿਤ ਹੁੰਦੇ ਰਹਿੰਦੇ ਹਾਂ। ਸਾਨੂੰ ਇਹ ਪਤਾ ਹੈ ਵੀ ਇਹਨੂੰ ਛੱਡ ਕੇ ਚਲੇ ਜਾਣਾ, ਫਿਰ ਵੀ ਅਸੀਂ ਗਲਤਾਨ ਹਾਂ। ਮੈਂ ਕਹਿੰਦੇ ਸਾਕਤ ਵਾਲੇ ਕੰਮ ਨੇ, ਕਿਉਂਕਿ ਹਰੀ ਤੋਂ ਵਿਛੜ ਕੇ ਬੰਦਾ ਇਹ ਕੰਮ ਕਰਦਾ। ਫਿਰ ਕਹਿੰਦਾ ਹੋ ਕਰਤੇ ਕਰਮਰਤ ਤਾਕੋ ਭਾਰ ਅਫਾਰ। ਮਰ ਕਹਿੰਦੇ ਹੁਣ ਬੰਦਾ ਕੀ ਕਰਦਾ ਹੈ ਨਾ, ਹਉਮੈ ਨੂੰ ਦੂਰ ਕਰਨ ਵਾਸਤੇ, ਪਰਮਾਤਮਾ ਦੇ ਮਿਲਾਪ ਵਾਸਤੇ, ਜਦੋਂ ਪਰਮਾਤਮਾ ਤੋਂ ਟੁੱਟ ਗਿਆ, ਕਿਸੇ ਨੇ ਸੋਝੀ ਦਿੱਤੀ ਵੀ ਤੂੰ ਰੱਬ ਨਾਲੋਂ ਟੁੱਟਿਆ ਹੋਇਆ, ਪਰਮੇਸ਼ਰ ਨਾਲੋਂ ਵਿਛੜਿਆ ਹੋਇਆ, ਤੇ ਫਿਰ ਉਹ ਧਰਮ ਕਰਮ ਕਰਦਾ।
पर हैरानी की गल कहते हों करते कर्मरत, तीरथ दान आदि कर्मां दे जिहड़े प्रेमी ने ना, ये कर्म करके इन्हां दे कीते दा माण करते फिरदे हन। फिर अंदर इन्हां दा हंकार शुरू हो जाता है। पहलां तां शुरुआत हुई सी भी रब नूं मिलना है, मैं रब नालों विछड़िया होया, किहने कहा भी तीर्थां ते जाया कर, दान पुण्य धर्म कर्म करया कर, ये करने शुरू कर दिते। हुण इन्हां दा ही हंकार हो गया। मर कहंदे मिलाप वास्ते ये साधन चंगे सन, ताई तो महाराज ने आख्या कि तीरथ वर्त अर दान कर, मन में तरह गुमान, नानक नेफल जादते जो कुंचर इस्नान। सानू ये गल समझ लैनी चाहिए जीवन के अंदर कि ये सारे काम इसका अर्थ चंगे वाले पासे ले जाण वास्ते सन, पर मन के अंदर गुमान रख लिया, ये घातक हो गए साडे वास्ते। हों करते कर्मरत ताको पहार अफार। महाराज कहते ने फिर होमे का भार भी असा हुंदा है, जिहड़ा इहनूं चढ़ जाता है। फिर कर्मां दी होमे हो जाती है, मैं बड़ा नितनेमी, मैं बड़ा प्रेमी, ते हंकार आ जाता है। प्रीत नहीं जो नाम स्यों तो एओ कर्म विकार। जे प्रभु दे नाम नाल प्यार नहीं तो ये कर्म विकार रूप हो जाते हैं। उसनों ते महाराज ने आख्या जे तेरे प्यार नहीं ना रब नाल, अत सुंदर कुलीन चतुर मुख ज्ञानी धनवंत, मृतक कहिए नानका जे प्रीत नहीं भगवंत। जे रब नाल प्यार नहीं फिर तू आत्मिक मोते मरिया होया, फिर तेरे कीते कर्म बेकार ने, विकार ही पैदा कर रहे हैं। प्रीत नहीं जो नाम सो, जे नाम नाल प्यार नहीं तो एऊ कर्म बेकार। ते महाराज कहते ने तां ये कर्म विकार रूप हो जाते हैं जो तू कर रहा है। फिर कहने लगे बांधे जब की जेबरी मिठी माया रंग। महाराज कहने जे प्रभु नाल प्यार बन जाए ना तो जीवन सफला हो सकता है, पर मिठी माया के कोदका विच असी जीव फस गए। देखो ना ये माया के चस्के बड़े प्यारे ने। एक मैं गाथा पढ़ रहा सी, कबीर साहब जी बड़े कहते प्रसन्न रहंदे सन। भावें ये भगत माल ग्रंथ की गाथा है, गुरमत दे ਜਿਹੜੇ रसाले ने ਜਾਂ ਉਹਨਾਂ ਵਿੱਚ दर्ज नहीं, पर है बड़ी प्यारी, मैनूं चंगी लगी इस करके मैं ਤੁਹਾਡੇ ਨਾਲ ਸਾਂਝੀ कर रहा। कहते कबीर साहब जी बड़े प्रसन्न रहंदे ਹਨ, बड़े खुश रहंदे ਹਨ। आंढी गुआंढी बड़े परेशान हैं कि कबीर कोल पैसा भी नहीं है, ये है भी गरीब है, पर बड़ा खुश भी बड़ा रहिंदा है। जिन्ना तन साडे कोल है कबीर कोल नहीं है। कहते किसी ने उन्होंने कहा भी एक तरीका है, कबीर नूं अपने वाले बंधना विच पा दिओ, कबीर भी तुहाडे वर्गा हो जाएगा। अपने वाले बंधन कि इस दे कोल 99 रुपए तो जुड़ते हैं पर 100 नहीं पूरे होंदे, बाकी खर्च कर लैंदा है। तो जिस दिन 100 पूरे हो गए फिर देखना कबीर भी तुहाडे वर्गा बन जाएगा। तो कहने एक सिक्का जिहड़ा सिट के देखो, कहते कबीर साहब कोल एक सिक्का सड़ दिता, 99 सी, अज राती 100 हो गए, पूरी रात नींद नहीं आई। एक बार उच्चारण करो सतनाम। अगले दिन तो एक मन बन गया कि हुण 100, 101, 102, हुण जिहड़ा 99 रख के जो चैन सी, हुण अगे गिनती वधी गई, खर्चे घटते शुरू चले गए, जीवन उथल पुथल हो गया सारा। याद रखना जदों आपां एक लिमिट तक रहने तो सुखी रहने। जदों किते आपां सोचते हैं भी इतनी माया इकट्ठी हो गई, इनू हुण बस फिक्स कर दो, जिन्ना वो माया फिक्स होई नहीं तो घर का सुख चैन गया नहीं। क्यों? क्योंकि फिर असी माया खर्चन विच कंजूसी करांगे, फिर असी बहुत सारिया चीज़ों विचों हथ खिंचांगे। क्यों? क्योंकि एक मन दे विच ख्याल बन गया भी वो जिहड़ा डिपोजिट किया सी वो नहीं टुटना चाहिए, वो फिक्स रहना चाहिए। पर जदों तक तुसीं वो किसी फिक्स ते नज़र नहीं ना थोड़ी हैगी, उदों तक तुसीं खावें खर्चा रल मिल पाई टोट न आवे, बदो जाई वाला कम है। फिर मन दे विच कोई ऐसा ख्याल नहीं भी आपां इतना रखना है तो उतना ही रखना, वो थल्ले नहीं जाना चाहिए। जदों साडे अंदर ऐसे ख्याल पैदा होंदे ने ना, उदों एक कर्म विकार बन जाते हैं। पर यह कर्म कदों शुरू होंदे ने? जदों वाहिगुरू जी नाल प्यार नहीं। क्योंकि जे रब जी नाल प्यार होवे तो एक भरोसा जाग जाता है जीवन विच कि जो मेरे कोल है, मेरे रब ने जो मैनू दिता है वो मैनू बहुत दिता है।
ਉਹ ਸੱਚਾ ਪਿਆਰ ਕਰਦਾ ਪਰਮਾਤਮਾ ਨਾਲ, ਅਤੇ ਦਿੱਤੀ ਹੋਈ ਦਾਤਾਂ ਨੂੰ, ਦਿੱਤੇ ਹੋਏ ਪਦਾਰਥਾਂ ਨੂੰ ਚੰਗੇ ਢੰਗ ਨਾਲ ਆਪ ਵੀ ਭੋਗਦਾ, ਦੂਜਿਆਂ ਵਿੱਚ ਵੀ ਵਰਤਾਉਂਦਾ। ਉਸ ਨੂੰ ਮਹਾਰਾਜ ਨੇ ਇੱਦਾਂ ਕਿਹਾ ਬਾਣੀ 'ਚ, ਕਹਿੰਦੇ ਦੇਖੋ ਇੱਕ ਬੰਦੇ ਦੀ ਹਾਲਤ, ਸੋਮੈ ਧਨ ਰਾਖਣ ਕੋ ਦੀਆ, ਮੁਗਧ ਕਹਿ ਤਨ ਮੇਰਾ। ਤਨ ਵਰਤਣ ਵਾਸਤੇ ਦਿੱਤਾ ਸੀ, ਮੂਰਖ ਕਹਿੰਦਾ ਮੇਰਾ। ਹੁਣ ਕਦੀ ਮੇਰਾ ਹੋਇਆ ਜੀ ਇਹ? ਮੈਂ ਤਾਂ ਬੜੀ ਛੇਤੀ ਛੇਤੀ ਘਰਾਂ ਦੇ ਅੱਗੇ ਲੱਗੀਆਂ ਪਲੇਟਾਂ ਦੇ ਨਾਮ ਚੇਂਜ ਹੁੰਦੇ ਦੇਖਦਾ ਰਹਿੰਦਾ, ਵੀ ਕੱਲ੍ਹ ਬਜ਼ੁਰਗ ਦਾ ਨਾਮ ਰੱਖਿਆ ਸੀ, ਲਿਖਿਆ ਸੀ, ਉਹ ਬਜ਼ੁਰਗ ਗਿਆ ਨਹੀਂ, ਅਗਲੇ ਦਿਨ ਨਾਮ ਪਲੇਟ ਵੀ ਚੇਂਜ ਹੋ ਗਈ ਅਗਲੇ ਦੀ, ਵੀ ਨਵੀਂ ਲਵਾਓ। ਹੁਣ ਪੁੱਤਰ ਨੇ ਆਪਣੇ ਨਾਮ ਦੀ ਲਵਾ ਦਿੱਤੀ, ਕੁਝ ਸਾਲਾਂ ਬਾਅਦ ਪੁੱਤਰ ਚਲਾ ਗਿਆ ਅਤੇ ਪੋਤਰੇ ਨੇ ਆਪਣੇ ਨਾਮ ਦੀ ਲਾ ਦਿੱਤੀ। ਉਹ ਰਹਿਣਾ ਕਿਸੇ ਵੀ ਨੇ ਵੀ ਨਹੀਂ। ਇੱਕ ਦੋ ਬੰਦਿਆਂ ਨੂੰ ਮੈਂ ਪੁੱਛਿਆ ਵੀ ਤੁਹਾਡੇ ਘਰ ਦੇ ਅੱਗੇ ਨਾਮ ਨਹੀਂ ਲਿਖਿਆ, ਲਿਖਿਆ ਸੁਖ ਨਿਵਾਸ। ਮੈਂ ਕਿਹਾ ਕਿਉਂ? ਉਹਨਾਂ ਨੇ ਬੜਾ ਪਿਆਰਾ ਜਵਾਬ ਦਿੱਤਾ, ਕਹਿੰਦੇ ਗਿਆਨੀ ਜੀ ਨਾਮ ਲਿਖਾਂਗੇ, ਨਾਮ ਬਦਲਣੇ ਪੈਣਗੇ। ਨਾਮ ਲਿਖਾਂਗੇ, ਨਾਮ ਬਦਲਣੇ ਪੈਣਗੇ। ਮੈਂ ਅੱਜ ਹਾਂ, ਕੱਲ੍ਹ ਮਰ ਜਾਵਾਂਗਾ, ਨਾਮ ਫਿਰ ਬਦਲਿਆ ਜਾਏਗਾ। ਕੱਲ੍ਹ ਮੇਰਾ ਪੁੱਤ ਹੋਏਗਾ, ਉਹ ਮਰ ਜਾਵੇਗਾ, ਫਿਰ ਨਾਮ ਬਦਲਿਆ ਜਾਏਗਾ। ਇਸ ਕਰਕੇ ਮੈਂ ਇੱਕ ਪੱਕਾ ਨਾਮ ਘਰ ਨੂੰ ਦੇ ਦਿੱਤਾ, ਸੁਖ ਨਿਵਾਸ। ਇੱਕ ਵਾਰੀ ਉਚਾਰਨ ਕਰੋ ਸਤਨਾਮ। ਕਹਿੰਦੇ ਜਿਤਨੇ ਮਰਜ਼ੀ ਆਈ ਜਾਣ ਜਾਈ ਜਾਣ, ਪਰ ਇਸ ਘਰ ਦਾ ਐਡਰੈਸ ਸੁਖ ਨਿਵਾਸ ਦੇ ਨਾਂ 'ਤੇ ਹੀ ਰਹਿਣਾ, ਇਹ ਨਹੀਂ ਚੇਂਜ ਹੋਣਾ, ਇਹ ਪੱਕਾ ਕਰ ਦਿੱਤਾ। ਕਹਿੰਦੇ ਇਸ ਕਰਕੇ ਨਾਮ ਲਿਖਿਆ ਵੀ ਇਹ ਸੁਖ ਨਿਵਾਸ ਹੈ, ਵੀ ਸੁੱਖਾਂ ਦਾ ਇੱਥੇ ਨਿਵਾਸ ਹੁੰਦਾ। ਮੈਂ ਕਿਹਾ ਸੁੱਖ ਹੈਗੇ ਘਰ 'ਚ? ਕਹਿੰਦੇ ਉਸ ਦਾ ਨਾਮ ਲੈ ਕੇ ਸੁੱਖ ਭੋਗੀ ਦੇ ਨੇ। ਇਸ਼ਟਪਦੀ ਚੇਤੇ ਰੱਖਦੇ ਹਾਂ ਕਿ ਜੇ ਪ੍ਰਸਾਦ 36 ਅੰਮ੍ਰਿਤ ਖਾਏ। ਕਹਿੰਦੇ ਨੇ ਜਿਸ ਪਰਮਾਤਮਾ ਦੀ ਕਿਰਪਾ ਸਦਕਾ 36 ਪਦਾਰਥ ਖਾਂਦੇ ਹਾਂ, ਜੇ ਪ੍ਰਸਾਦ ਵਸੈ ਸੁਖ ਮੰਦਰ, ਜਿਹਦੀ ਕਿਰਪਾ ਨਾਲ ਸੁਖੀ ਘਰ ਵਿੱਚ ਵਸਦੇ ਹਾਂ, ਉਸ ਪਰਮਾਤਮਾ ਦੇ ਗੁਣ ਗਾਉਂਦੇ ਹਾਂ, ਅਤੇ ਜਦੋਂ ਤੱਕ ਲੱਗਦਾ ਗੁਣ ਗਾਉਂਦੇ ਰਵਾਂਗੇ ਅਤੇ ਇਹ ਸੁਖ ਨਿਵਾਸ ਹੀ ਰਹੇਗਾ। ਉਚਾਰਨ ਕਰੋ ਸਤਨਾਮ। ਜਿਸ ਦਿਨ ਇਸ ਘਰ ਵਿੱਚੋਂ ਰੱਬ ਦੇ ਗੁਣ ਚਲੇ ਗਏ, ਉਸ ਦਿਨਾਂ 'ਤੇ ਕਹਿ ਨਹੀਂ ਸਕਦੇ ਵੀ ਇਹ ਸੁਖ ਦਾ ਨਿਵਾਸ ਰਹੇਗਾ ਕਿ ਨਹੀਂ ਰਹੇਗਾ, ਪਰ ਜਦੋਂ ਤੱਕ ਇੱਥੇ ਗੁਣ ਗਾਏ ਜਾ ਰਹੇ ਨੇ, ਇੱਥੇ ਸੁਖ ਰਹੇਗਾ। ਇਸ ਕਰਕੇ ਸੁਖ ਨਿਵਾਸ ਰੱਖਿਆ, ਕਿਉਂਕਿ ਸਾਰਾ ਪਰਿਵਾਰ ਪਾਠ ਕਰਦਾ ਹੈ, ਸਾਰਾ ਪਰਿਵਾਰ ਸਹਿਜ ਪਾਠ ਕਰਦਾ ਹੈ, ਨਿਤਨੇਮੀ ਪਰਿਵਾਰ ਹੈ। ਕਹਿੰਦੇ ਜਦੋਂ ਤੱਕ ਆਸ ਹੈ ਕਿ ਗੁਰੂ ਨਾਨਕ ਦੀ ਬਾਣੀ ਗੂੰਜੇਗੀ ਅਤੇ ਇਹ ਸੁਖ ਨਿਵਾਸ ਰਹੇਗਾ। ਯਾਦ ਰੱਖਿਓ, ਜਿਨ੍ਹਾਂ ਘਰਾਂ ਵਿੱਚ ਗੁਰੂ ਨਾਨਕ ਦੀ ਬਾਣੀ ਗੂੰਜਦੀ ਹੈ, ਉਹ ਸੁਖ ਨਿਵਾਸ ਰਹਿੰਦੇ ਨੇ। ਪਰ ਜਿੱਥੇ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਭੁੱਲ ਗਈ, ਜਿਨ੍ਹਾਂ ਦੇ ਘਰਾਂ ਵਿੱਚੋਂ ਗੁਰੂ ਦੇ ਨਾਮ ਨਾਲ ਪਿਆਰ ਟੁੱਟ ਗਿਆ, ਉਹ ਭਾਵੇਂ ਜਿਹੜਾ ਮਰਜ਼ੀ ਨਿਵਾਸ ਰੱਖ ਲੈਣ, ਉੱਥੇ ਤਾਂ ਦੁੱਖ ਹੀ ਵਰਤਦੇ ਨੇ। ਮੈਂ ਫਤਿਹਗੜ੍ਹ ਸਾਹਿਬ ਹੁੰਦਾ ਸੀ, ਇੱਕ ਦਿਨ ਮੰਦਰ ਦੇ ਪੁਜਾਰੀ ਰੋਜ਼ ਬੜਾ ਪਿਆਰ ਕਰਦੇ ਸਨ, ਜਾਣਾ ਅਤੇ ਬੜਾ ਪਿਆਰ ਕਰਨਾ, ਸਤਿ ਸ਼੍ਰੀ ਅਕਾਲ ਹੋਣੀ, ਦੁਆ ਸਲਾਮ ਹੋਣੀ, ਪਿਆਰ ਪੈ ਗਿਆ। 3 ਮੰਦਰ ਸੀ ਸਰਹੰਦ ਦੇ ਅੰਦਰ। ਇੱਕ ਦਾ ਨਾਮ ਸੀ ਸ਼ਾਂਤੀ ਕੁੰਜ, ਦੂਜੇ ਦਾ ਸ਼ਾਂਤੀ ਨਿਕੇਤਨ, ਇੱਕ ਦਾ ਸ਼ਾਂਤੀ ਦੁਆਰ। ਮੈਂ ਇੱਕ ਦਿਨ ਪੰਡਤ ਜੀ ਨੂੰ ਪੁੱਛਿਆ ਵੀ ਸੱਚੀ ਮੁੱਚੀ ਇੱਕ ਗੱਲ ਦੱਸੋ ਮੈਨੂੰ, ਮੇਰੇ ਮਨ 'ਚ ਕਹਿੰਦੇ ਸਵਾਲ ਆਇਆ, ਮੈਂ ਪੁੱਛ ਲਵਾਂ। ਪੰਡਤ ਜੀ ਕਹਿੰਦੇ ਲੈ ਸਾਨੂੰ ਵੀ ਕੋਈ ਪੁੱਛਣ ਦੀ ਗੱਲ ਪੁੱਛੋ, ਜਿਹੜਾ ਪੁੱਛਣਾ। ਵੀ ਤੁਹਾਡੇ ਮੰਦਰ ਦਾ ਨਾਮ ਹੈ ਸ਼ਾਂਤੀ ਦੁਆਰ, ਪਰ ਮੈਂ ਜਦੋਂ ਵੀ ਆਉਂਦਾ ਦੇਖਦਾ ਤੁਸੀਂ ਆਪਸ ਵਿੱਚ ਝਗੜਦੇ ਰਹਿੰਦੇ ਹੋ, ਅਤੇ ਸ਼ਾਂਤੀ ਤੁਹਾਡੇ ਵਿੱਚ ਨਹੀਂ, ਅਤੇ ਬਾਕੀ ਕਿਹਨੂੰ ਮਿਲੇਗੀ? ਸ਼ਾਂਤੀ ਦੇ ਦੁਆਰ ਵਿੱਚ ਰਹਿਣ ਵਾਲਿਆਂ ਕੋਲ ਸ਼ਾਂਤੀ ਨਹੀਂ, ਅਤੇ ਜਿਹੜੇ ਆਉਣਗੇ ਉਹਨਾਂ ਨੂੰ ਸ਼ਾਂਤੀ ਕਿੱਥੋਂ ਦਿਓਗੇ? ਕਹਿੰਦੇ ਗੱਲ ਬੜੀ ਗਹਿਰੀ ਕਰ ਦਿੱਤੀ ਤੁਸੀਂ। ਕਹਿੰਦੇ ਵਿਚਾਰ ਕਰਾਂਗੇ। ਮੈਂ ਕਰ ਲੈਣਾ। ਇਹ ਸਾਡੇ ਹਾਲਤ ਹੈ ਕਿ ਨਾਮ ਇਤਨੇ ਪਵਿੱਤਰ, ਨਾਮ ਗੁਰਦੁਆਰਾ, ਪਰ ਉੱਥੇ ਗੁਰੂ ਦੀ ਚੱਲਦੀ ਨਹੀਂ। ਸੋਚ ਲੈਣਾ, ਫਿਰ ਅੱਗੇ ਚੱਲਦੇ ਹਾਂ ਕਿਉਂਕਿ ਸਮਾਂ ਹੋ ਗਿਆ। ਪ੍ਰੀਤ ਨਹੀਂ ਜੋ ਨਾਮ ਸਿਉ ਤੋ ਇਹੋ ਕਰਮ ਵਿਕਾਰ, ਬਾਦੇ ਜਮ ਕੀ ਜੇਵਰੀ ਮਿੱਠੀ ਮਾਇਆ ਰੰਗ। ਮਿੱਠੀ ਮਾਇਆ ਦੇ ਕੋਤਕ ਵਿੱਚ ਫਸ ਕੇ ਜਮਾਂ ਦੀ ਫਾਈ ਵਿੱਚ ਜੀਵ ਵੱਜ ਜਾਂਦੇ ਨੇ। ਜੇਵਰੀ ਅੰਦਰ ਪੈ ਜਾਂਦੀ ਹੈ ਅਤੇ ਭਰਮ ਕੇ ਮੋਹੇ ਨਹਿ ਬੂਝੈ, ਸੋ ਪ੍ਰਭ ਸਦਹੂ ਸੰਗ। ਮਹਾਰਾਜ ਕਹਿੰਦੇ ਭਟਕਣਾ ਵਿੱਚ ਫਸੇ ਹੋਏ ਬੱਝੇ ਹੋਏ ਜਿਹੜੇ ਜੀਵ ਹਨ ਨਾ, ਉਹਨਾਂ ਨੂੰ ਸਮਝ ਨਹੀਂ ਆਉਂਦੀ ਕਿ ਵਾਹਿਗੁਰੂ ਤਾਂ ਨਾਲ ਵਸਦਾ ਹੈ। ਵਾਹਿਗੁਰੂ ਕਿਤੇ ਦੂਰ ਥੋੜ੍ਹੀ ਹੈ। ਮੈਂ ਗੁਰਦੁਆਰੇ ਖਲੋਤਾ ਝੂਠ ਨਹੀਂ ਬੋਲਦਾ ਵੀ ਘਰ ਤੇਰੇ ਗੁਰੂ ਨਹੀਂ ਵਸਦਾ, ਵੀ ਘਰ ਪਰਮਾਤਮਾ ਨਹੀਂ ਤੇਰੇ। ਦੁਕਾਨ 'ਤੇ ਖਲੋਤਾ ਉੱਥੇ ਰੱਬ ਨਹੀਂ ਹੈ। ਅਸੀਂ ਕੋਈ ਗੱਲ ਕਹਿੰਦੇ ਮੈਂ ਗੁਰਦੁਆਰੇ ਖਲੋਤਾ, ਮੈਂ ਝੂਠ ਨਹੀਂ ਬੋਲਦਾ। ਸਿੱਖ ਉਹ ਸੀ ਪਿਆਰਿਓ ਜਿਹੜਾ ਕਿਤੇ ਵੀ ਖਲੋਤਾ ਹੋਵੇ,
ਭਾਵੇਂ ਸੂਬੇ ਦੀ ਕਚਹਿਰੀ ਵਿੱਚ ਖਲੋਤਾ ਹੋਵੇ, ਉੱਥੇ ਵੀ ਝੂਠ ਨਹੀਂ ਬੋਲਦਾ। ਉੱਥੇ ਵੀ ਡੰਕੇ ਦੀ ਚੋਟ ਨਾਲ ਕਹਿੰਦਾ ਹੈ। ਕਹਿੰਦੇ ਨੇ ਖਾਨ ਜੀ ਸੁਣੋ, ਜਦੋਂ ਸਾਹਿਬਜ਼ਾਦੇ ਕਚਹਿਰੀ ਵਿੱਚ ਗੂੰਜਦੇ ਨੇ, ਉੱਥੇ ਜਿਹੜਾ ਉਹਨਾਂ ਨੇ ਗੱਲ ਕੀਤੀ ਨਾ, ਉਹ ਬੜੇ ਕਮਾਲ ਦੀ ਕੀਤੀ ਸੀ। ਵੀ ਤੂੰ ਸੋਚਦਾ ਹੈ ਨਾ, ਤੇ ਸਾਹਿਬਜ਼ਾਦਿਆਂ ਨੇ ਕਿਹਾ ਸੀ ਤੂੰ ਸੱਚ ਨੂੰ ਮਿਟਾ ਦੇਂਗਾ, तेरा भुलेखा है। कहते सच को मिटाओगे मिट जाओगे जहान से, क्योंकि जिहड़ा परमात्मा प्रभु है, कहते वो तेरे वर्गे बादशाहां तो नहीं डरदा। सच को मिटाओगे मिट जाओगे जहान से, खुदा डरता नहीं है शहंशाह की शान से। खुदा नहीं डरदा तुहाडे वर्गे शहंशाह की शान तो। सच नूं मिटाओगे तुसीं खुद मिट जाओगे, क्योंकि खुदा तुहाडे कोल थोड़ी डरदा। असीं खुदा दे बंदे हाँ, सानू नहीं डरा सकते तुसी। उत्थे भी सच गूंजिया, उत्थे कोई झूठ नाल नहीं। ये नहीं कहा भी चलो सानू छड़ दो असीं कुछ नहीं करांगे। कहन लगे जदों तक जालम नहीं मिट जाता, जदों तक जुलम नहीं मिट जाता, असीं सच की आवाज़ बुलंद करते रवांगे। ये सरहद की कचहरी के अंदर सच दीयां आवाज़ां गूंजियां सन। जदों उन्होंने आख्या सी, उत्थे जाके अक्सर लोग झूठ बोल देंदे ने। वकील करन दा अर्थ ही ये हुंदा है कि वकील झूठ बोल के सानू बचा लवे, पर साहिबजादे कहंदे सच बोलांगे और डंके दी चोट नाल बोलांगे। बोलिया उन्होंने, क्यों? क्योंकि उन्होंने पता कि परमात्मा अंग संग है, पर सानू नहीं नज़र आ रहा। क्योंकि ब्रह्म के मोहे नह बूझै सो प्रभ सद हूँ संग। फिर महाराज लास्ट पंक्तियां च कहंदे ने, लेखै गणत न छूटिए काची भीत न सुध। असी जीव इतने माया ग्रसे हाँ, साढ़े कीते कुकर्मां दा लेखा कीतियां साड़ी बरियत नहीं हो सकती, खलासी नहीं हो सकती। जे लेखा किया जाए असी बच थोड़ी सकते, नहीं बच सकते। हाँ किते महाराज कृपा कर दें, लेखा ही ना लैन। एक बार उच्चारण करो सतनाम, तां हो सकती खेड बन सकती। जे लेखा लिया जाए ना, तो मरकन ने लेखा जे परमात्मा लवे फिर छुटकारा कोई नहीं। लेखै गणत न छूटिए काची भीत न सुध। ते मर कहते पानी नाल धोत्या गारे की एक कंध जिहड़ी है ना, ये साफ नहीं हो सकती। क्योंकि गारे की कंध नूं पानी नाल धोण दा यतन करो, होर गारा बनता रहेगा, होर गारा बनता रहेगा, शुद्ध थोड़ी हो जानी, साफ थोड़ी हो जानी है। इस तरह साडे जीवन का हाल है कि इसनूं जितना मर्जी धोईए होर मैलीनता, होर मलीनता। इस करके तो महाराज सच्चे पातशाह कहते मैं मलीन हाँ सच्चे पातशाह, मेरे राम यह नीच कर्म हर मेरे, गुणवंता हर हर दयाल कर कृपा बख्श, अवगण सब मेरे। मेरे अवगण बख्श दे, मैं तो बड़ा नीच बंदा, तू कृपा करके मेरे ओगुण बख्श दे। लास्ट पंक्ति च मार कहने, जिस है बुझाए नानका ते गुरमुख निर्मल बुद्ध। है नानक जिसनों अकाल पुरख वाहिगुरू आप समझा देंदा है, सोझी दे देंदा है, वो गुरु दे सन्मुख होके निर्मल बुद्ध पवित्र बुद्ध का मालक बन जाता है। सो सानू निर्मल बुद्ध मिल जाए, जिहड़ी बुद्ध सानू इस माया के विकारां विच ना फसन देवे। वो बुद्ध जिहड़ी सानू माया की फूं फूं दे विचों कढ लवे। वो बुद्ध जिहड़े संसार दे इन्हां माया के रंगां विचों असीं फस जाते हैं। सानू इन्हां रंग बिरंगी माया तो बचा के सतगुर रखण। संसार के जिहड़े चोज तमाशे ने, इन्हां विचों असीं गलतान हो जाते हैं। अरदास करो मेरे लिए भी ते अपने लिए सच्चे पातशाह, भी इस माया के रंग तो बचाओ। क्योंकि साडी अंदर की हालत तो इदां है ना कि बसंत स्वर्ग लोक है, जित ते पृथ्वी नवखंड ने, विसरंत हर गोपाल है, नानक ते प्राणी उद्यान भरमन है। कोतक कोड़ तमाशया चित न आवस नाओ। रब का नाम चेते नहीं आंदा, नानक कोड़ी नरक बराबरे, उजड़ सोई थाऊं। महाराज कहते हैं जिथे नाम चित नहीं आंदा ना, वो थां उजड़ जाते हैं। जिथे नाम जपिए प्रभ प्यारे, से अस्थन सोयन चुआरे। जिथे नाम न जपिए मेरे गोविंदा, से नगर उजाड़ी जियो। जे बचना ये नगर ना उजड़े, फिर तो कोई काम करना बनता है। जित पार ब्रह्मचित आया, सो कर दई वसाया। सुख सागर गुर पाया, तां सहसा सगल मिटाया। इतने बचन बेनतियां प्रवान। आओ प्यार नाल उच्ची आवाज़ च सारे पाठ करके असीसां बख्शो जी। सलोक राच रहे बनता विनोद,
कुसम रंग विखसोर, नानक ते सरनी परो, विनस जाए मैं मोर। पौड़ी रे मन बिन हर जह रचो, तह तह बंधन पाहे, जे विद कतु न छुटिया, साकत त्यों कमाहे। हो करते कर्म रत, ताको पहार अफार, प्रीत नहीं जो नाम स्यों, तो एऊ कर्म विकार। बाधे जम की जेवरी, मीठी माया रंग, भ्रम के मोहे नह बूझै, सो प्रभ सदहूँ संग। लेखै गणित न छूटियै, काची पीत न सुध। जिसै बुझाए नानका, ते गुरमुख निर्मल बुध। जिसै बुझाए नानका, ते गुरमुख निर्मल बुध। वाहिगुरु जी का खालसा, वाहिगुरु जी की फतेह।